ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਆਸਾ ਦੀ ਵਾਰ, ਨਿਰੋਲ ਆਸਾ ਦੀ ਵਾਰ ਜਿਹੜੀ ਹੈਗੀ ਉਹਨੂੰ ਉਸ ਤੋਂ ਗਿਆਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਬਹੁਤ ਇਹ ਕਰਮਕਾਂਡ ਜਿਹੜੇ ਹੈਗੇ ਇਹ ਛਾ ਜਾਂਦੇ ਆ। ਜਦ ਵੀ ਕੋਈ ਜਾਗਤ ਰੂਹ ਆਉਂਦੀ ਆ, ਉਹ ਕੱਟਦੀ ਆ ਹਨੇਰਾ ਉਹ ਗਿਆਨ ਦੇ ਨਾਲ, ਫਿਰ ਜਿਹੜਾ ਹੈਗਾ ਫਿਰ ਵਾਪਸ ਹਨੇਰਾ ਆ ਜਾਂਦਾ ਹੈ। ਉਹ ਗਿਆਨ ਨੂੰ ਫਿਰ ਆਪਣੇ ਹਿਸਾਬ ਦੇ ਨਾਲ ਹੀ ਡਾਇਲੂਟ ਕਰ ਲੈਂਦੇ ਆਪਣੇ ਮਨ ਦੇ ਨਾਲ। ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਚੱਕਰ ਕਾਲ ਦਾ। ਇਹ ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ, 4 ਸਾਈਕਲ ਹੈਗੇ, ਸਮਾਂ ਹੈਗਾ। ਇਹਦੇ ਵਿੱਚ ਆਪਾਂ ਨੂੰ ਰਹਿਣਾ ਪੈਂਦਾ ਇਸ ਸਮੇਂ ਦੇ ਵਿੱਚ, ਕਿਉਂਕਿ ਇਹ ਯਾਤਰਾ ਜਿਹੜੀ ਹੈਗੀ ਆ ਇੰਨੀ ਜਲਦੀ ਨਿਬੜਦੀ ਨਹੀਂ ਆ। ਇਹ 12ਵੀਂ ਪੌੜੀ ਸ਼ਾਇਦ ਮੇਰੇ ਖਿਆਲ ਆਪਾਂ ਲੈ ਰਹੇ ਹਾਂ, 12ਵੀਂ ਪੌੜੀ ਲੈ ਰਹੇ ਹਾਂ ਆਪਾਂ। ਸੈਂਟਰ ਆ 12ਵੀਂ ਪੌੜੀ, 24 ਪੌੜੀਆਂ ਹੈਗੀਆਂ ਵਾਰ ਦੀਆਂ। ਸੈਂਟਰ ਦੇ ਵਿੱਚ ਮਹਾਰਾਜ ਨੇ ਰਹਾਉ ਦੀ ਪੰਕਤੀ ਦਿੱਤੀ ਹੈ, ਸੈਂਟਰ ਦੇ ਵਿੱਚ, ਐਗਜ਼ੈਕਟਲੀ ਸੈਂਟਰ ਦੇ ਵਿੱਚ। ਔਰ ਰਹਿਰਾਸ ਦੇ ਵਿੱਚ ਵੀ ਆਪਾਂ ਇਹਨੂੰ ਪੜ੍ਹਦੇ ਹਾਂ। ਇਹ ਵਾਰ ਦਾ ਰਹਾਉ ਦੇਤਾ ਮਹਾਰਾਜ ਨੇ, ਬਈ ਆਹ ਵਾਰ ਇਹਨੂੰ ਯਾਦ ਰੱਖ ਲਾ, ਬਸ ਇਸ ਦੇ ਦੁਆਲੇ ਪੂਰੀ ਵਾਰ ਪਾਉਂਦੀ ਆ। ਨਿਚੋੜ ਹੈਗਾ। ਸ਼ਲੋਕ ਮਹੱਲਾ ਪਹਿਲਾ, ਅੰਗ 469, 469। ਸ਼ਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਹੁਣ ਇੱਥੇ ਸੁਖ 2 ਵਾਰੀ ਆਇਆ। ਸੁਖ ਪਹਿਲਾਂ ਆਇਆ ਦੁੱਖ ਦਾਰੂ ਸੁਖ ਰੋਗ ਭਇਆ। ਬਈ ਸੁਖ ਜਿਹੜਾ ਹੈਗਾ ਇਹੀ ਰੋਗ ਹੋ ਗਿਆ। ਜਾਂ ਸੁਖ ਤਾਮ ਨਾ ਹੋਈ। ਕਹਿੰਦੇ ਜੇ ਸੁਖ ਹੋਏ, ਜੇ ਤੇਰੇ ਕੋਲ ਸੁਖ ਹੋਏ ਤੇ ਫਿਰ ਤੈਨੂੰ ਤਾਮ ਕਹਿੰਦੇ ਹਨੇਰਾ, ਕਹਿੰਦੇ ਫਿਰ ਤੈਨੂੰ ਹਨੇਰਾ ਨਹੀਂ ਹੋਣਾ ਚਾਹੀਦਾ, ਤਮੋ ਗੁਣ ਨਹੀਂ ਹੋਣਾ ਚਾਹੀਦਾ। ਹਨੇਰਾ ਆ ਤਾਂ ਹੀ ਤੂੰ ਆਪਣੇ ਆਪ ਨੂੰ ਸਰੀਰ ਮੰਨ ਰਿਹਾ ਹੈ ਔਰ ਸਰੀਰ ਦੇ ਭੋਗਾਂ ਦੇ ਵਿੱਚ ਲੱਗਿਆ ਹੋਇਆ ਹੈ। ਇਹਦਾ ਮਤਲਬ ਤੇਰੇ ਕੋਲ ਸੁੱਖ ਨਹੀਂ ਹੈਗਾ। ਜੇ ਉਹ ਸੁੱਖ ਤੈਨੂੰ ਮਿਲ ਜਾਏ ਕਿਤੇ, ਆਤਮਿਕ ਸੁੱਖ, ਪਰਮਾਤਮਾ ਦਾ ਸੁੱਖ, ਤੇ ਫਿਰ ਤਾਂ ਹਨੇਰਾ ਨਹੀਂ ਹੋਣਾ ਚਾਹੀਦਾ ਤੇਰਾ। ਇਹ ਤਮੋ ਗੁਣ ਨਹੀਂ ਹੋਣਾ ਚਾਹੀਦਾ ਤੇਰੇ ਅੰਦਰ, ਸਭ ਤੋਂ ਨੀਵੇਂ ਦਰਜੇ ਦਾ ਤਮੋ ਰਜੋ ਸਤੋ। ਦੁੱਖ ਦਾਰੂ ਸੁਖ ਰੋਗ ਭਇਆ, ਜਿਹਨੂੰ ਤੂੰ ਸੁਖ ਮੰਨ ਰਿਹਾ ਹੈ ਮੇਰੇ ਮਨ, ਉਹੀ ਰੋਗ ਹੈਗਾ। ਇਸ ਕਰਕੇ ਪਰਮੇਸ਼ਰ ਨੇ ਆਪਾਂ ਨੂੰ ਇਹ ਜਿਹੜੇ ਕਰਮ ਆਪਾਂ ਕਰ ਰਹੇ ਹਾਂ, ਇਹ ਕਰਮਾਂ ਦਾ ਇਹ ਭੁਗਤਾਨ ਇਸ ਕਰਕੇ ਮਾਲਕ ਨੇ ਬਣਾਇਆ। ਕਹਿੰਦੇ ਇਹ ਸੁੱਖ ਦੇ ਨਾਲ ਫਿਰ ਦੁੱਖ ਪੈਦਾ ਹੋਏਗਾ। ਇਹੀ ਨਹੀਂ ਤਾਂ ਫਿਰ ਇਨਸਾਨ, ਜੇ ਸੁੱਖ ਹੀ ਸੁੱਖ ਹੋਣਗੇ ਤੇ ਫਿਰ ਇਨਸਾਨ ਤਾਂ ਨਿਕਲੇਗਾ ਹੀ ਨਹੀਂ। ਦੁਖੀ ਹੋਏਗਾ ਤੇ ਫਿਰ ਪੁਕਾਰ ਕਰਦਾ ਹੈ। ਦੁਖੀ ਇਨਸਾਨ ਤਾਂ ਪੁਕਾਰ ਕਰਦਾ ਹੀ ਹੈ ਨਾ ਆਪਣਾ ਬਚਾਅ ਦੇ ਵਾਸਤੇ।
ਦੁੱਖ ਜਾਂ ਤਕਲੀਫ ਹੈਗੀ ਨਾ, ਤਕਲੀਫ ਦੇ ਵਿੱਚ ਇਨਸਾਨ ਰੋਏਗਾ ਨਹੀਂ ਤੇ ਹੋਰ ਕੀ ਕਰੇਗਾ। ਉਹਦੇ ਵਿੱਚ ਕਹਿੰਦੇ ਚਾਂਸਿਸ ਹੈਗੇ ਆ ਕਿ ਤੂੰ ਸਹੀ ਰਸਤੇ ਤੇ ਆ ਸਕਦਾ ਹੈ, ਤੌਬਾ ਕਰ ਸਕਦਾ ਹੈ, ਕਿਉਂਕਿ ਜੋ ਕੁਝ ਹੋ ਗਿਆ, ਜੋ ਤੂੰ ਕਰ ਦਿੱਤਾ, ਉਹ ਵਾਪਸ ਨਹੀਂ ਕਰ ਸਕਦਾ। ਕਈ ਕਰਮ ਹੁੰਦੇ ਆ, ਉਹਨਾਂ ਦਾ ਭੁਗਤਾਨ ਕਦੋਂ ਹੋਣਾ ਹੈ ਉਹਦਾ ਕੋਈ ਪਤਾ ਨਹੀਂ ਹੈਗਾ। ਇਹ ਫਿਲਾਸਫੀ, ਇਹ ਜਿਹੜਾ ਹੈਗਾ, ਇਹ ਰਹੱਸ ਉਸ ਮਾਲਕ ਪਰਮਾਤਮਾ ਦੇ ਹੱਥ ਦੇ ਵਿੱਚ ਹੈਗਾ। ਉਸ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਚੀਜ਼ ਆਪਣੇ ਕੋਲ ਰੱਖੀ ਹੈ ਵੀ ਕਿਸ ਕਰਮ ਦਾ ਫਲ ਕਦੋਂ ਦੇਣਾ ਆ, ਇਹ ਮਾਲਕ ਦੇ ਹੱਥ ਦੇ ਵਿੱਚ ਆ। ਔਰ ਦੂਸਰੀ ਚੀਜ਼ ਕਿ ਕਹਿੰਦੇ ਜੇ ਤੂੰ ਭਗਤੀ ਕਰੇਗਾ ਤੇ ਉਹਦੇ ਨਾਲ ਕਰਮ ਮਿਟ ਸਕਦੇ ਆ, ਉਹ ਫਲ ਜਿਹੜਾ ਹੈਗਾ ਉਹ ਮਿਟ ਸਕਦਾ ਹੈ। ਪਰ ਹੁਣ ਜਿਹੇ ਜੇ ਕਰਮ ਹੈਗੇ, ਜਿੰਨੇ ਡੀਪ, ਜਿਹੜੇ ਜਿੰਨੇ ਨਿਮਨ ਦਰਜੇ ਦੇ, ਜਿਹੇ ਜੇ ਕਰਮ ਹੈਗੇ, ਉਹੀ ਜੀ ਉਹਨਾਂ ਨੂੰ ਮਿਟਾਉਣ ਵਾਸਤੇ ਭਗਤੀ ਚਾਹੀਦੀ ਹੈ। ਨਹੀਂ ਤਾਂ ਫਿਰ ਉਹ ਰਹੇਗਾ, ਡਾਇਲੂਟ ਹੋ ਜਾਏਗਾ, ਪਰ ਰਹੇਗਾ ਜ਼ਰੂਰ, ਭੁਗਤਾਨ ਕਰਨਾ ਪਊਗਾ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਂ ਮੈਂ ਨਾ ਹੋਈ। ਜੇ ਉਹ ਸੁਖ ਆ ਗਿਆ, ਆਤਮਿਕ ਸੁਖ ਆ ਗਿਆ, ਆਤਮ ਦਰਸ਼ਨ ਹੋ ਗਏ, ਤੇ ਫਿਰ ਸਾਰਾ ਭੁਗਤਾਨ ਹੋ ਜਾਂਦਾ ਹੈ। ਫਿਰ ਜਿਹੜਾ ਹੈਗਾ ਉਹ ਇਹ ਕਰਮ ਫਿਲਾਸਫੀ, ਇਹ ਪਾਪ ਪੁੰਨ ਤੋਂ ਉੱਪਰ ਉੱਠ ਜਾਂਦਾ ਹੈ ਇਨਸਾਨ। ਤੂੰ ਕਰਤਾ ਕਰਨਾ ਮੈਂ ਨਹੀਂ, ਕਹਿੰਦੇ ਮੈਂ ਕਰਤਾ ਨਹੀਂ ਹੈਗਾ, ਤੂੰ ਹੈ ਕਰਨ ਵਾਲਾ। ਜਾਂ ਹੋ ਕਰੀ ਨਾ ਹੋਈ, ਮੈਂ ਕਰਦਾ ਨਹੀਂ ਹੁੰਦਾ ਮਾਲਕਾ, ਮੇਰੇ ਕੋਲੋਂ ਨਹੀਂ ਹੁੰਦਾ। ਆਪਾਂ ਭਗਤੀ ਨਹੀਂ ਕਰ ਸਕਦੇ ਜਦ ਤੱਕ ਕਿ ਮਾਲਕ ਪਰਮਾਤਮਾ, ਉਹਨੇ ਭਗਤੀ ਕਰਵਾਉਣੀ ਹੈ, ਮਾਲਕ ਨੇ, ਉਹ ਕਰਤਾ ਹੈਗਾ। ਆਪਣੀ ਡਿਮਾਂਡ ਤੇ, ਆਪਣੀ ਇੱਛਾ ਦੇ ਉੱਤੇ, ਆਪਣੀ ਰਿਕੁਐਸਟ ਦੇ ਉੱਤੇ, ਇੱਛਾ ਨਹੀਂ ਰਿਕੁਐਸਟ ਦੇ ਉੱਤੇ, ਆਪਣੀ ਬੇਨਤੀ ਦੇ ਉੱਤੇ ਉਹ ਮਾਲਕ ਪਰਮਾਤਮਾ ਨੇ ਮਿਹਰ ਕਰਨੀ। ਤੂੰ ਕਰਤਾ ਕਰਨਾ ਮੈਂ ਨਹੀਂ, ਜਾਂ ਹੋ ਕਰੀ ਨਾ ਹੋਈ। ਮੈਂ ਕਰਦਾ ਨਹੀਂ ਹੁੰਦਾ ਮਾਲਕਾ, ਨਹੀਂ ਹੁੰਦਾ। ਜੇ ਮੈਂ ਕਰਨਾ, ਜੇ ਅਸੀਂ ਭਗਤੀ ਕਰ ਲਈਏ ਤੇ ਫਿਰ ਤਾਂ ਮਾਲਕ ਪ੍ਰਗਟ ਹੋਣਾ ਚਾਹੀਦਾ ਹੈ ਆਪਣੀ ਭਗਤੀ ਦੇ ਨਾਲ। ਫਿਰ ਤਾਂ ਭਗਤੀ ਵੱਡੀ ਹੋ ਗਈ, ਮਾਲਕ ਛੋਟਾ ਹੋ ਗਿਆ, ਅਧੀਨ ਹੋ ਗਿਆ ਭਗਤੀ ਤੇ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ, ਲਖਿਆ ਰਹਾ। ਇਸ ਕਰਕੇ ਹੇ ਮੇਰੇ ਮਾਲਕਾ, ਤੂੰ ਇਸ ਸੰਸਾਰ ਦੇ ਵਿੱਚ, ਕੁਦਰਤ ਦੇ ਵਿੱਚ ਹੈਗਾ ਆ, ਤੂੰ ਹੀ ਹੈਗਾ ਆ। ਮੈਂ ਆਪਣਾ ਬਲ ਹਾਰਦਾ ਆ, ਮੈਂ ਨਹੀਂ ਹੈਗਾ ਕੁਛ, ਮੇਰੀ ਹੋਂਦ ਨਹੀਂ ਹੈਗੀ। ਓ ਮਾਲਕਾ ਬਲਹਾਰੀ, ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ, ਲਖਿਆ ਰਹਾ। ਤੇਰਾ ਅੰਤ ਕੋਈ ਨਹੀਂ ਲੱਗ ਸਕਦਾ। ਮਾਲਕ ਤੋਂ ਵੱਡਾ ਜਿਹੜਾ ਹੋਊਗਾ ਉਹੀ ਮਾਲਕ ਨੂੰ ਡਿਫਾਈਨ ਕਰ ਸਕਦਾ ਹੈ, ਉਹੀ ਮਾਲਕ ਨੂੰ ਪਰਿਮਿਤੀ ਦੇ ਵਿੱਚ ਲਿਆ ਸਕਦਾ ਹੈ, ਬਾਉਂਡਰੀ ਦੇ ਵਿੱਚ, ਵੀ ਆ ਮਾਲਕ ਹੈਗਾ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ, ਲਖਿਆ ਰਹਾ। ਆ ਦੋਨੋਂ ਇੱਕ ਉੱਪਰਲਾ ਬੰਦ ਔਰ ਆ ਬੰਦ ਮਿਲਾ ਦੋ, ਇਹਦੇ ਵਿੱਚ ਸਾਰਾ ਸਾਰ ਹੈਗਾ ਬਈ ਆਪਣੀ ਹਉਮੈ, ਆਪਣਾ ਬਲ ਹਾਰਨਾ ਆ। ਜੇ ਤੂੰ ਚਾਹੁੰਦਾ ਆ ਇਸ ਰਸਤੇ ਤੇ ਤੁਰਨਾ। ਬਲ ਕੀ ਹੈ? ਮਨ। ਬਸ ਆਹੀ ਮਨ ਹੈਗਾ
ਇਸ ਨੂੰ ਹਵਾਲੇ ਕਰਨਾ ਹੈ, ਆਪਣੇ ਸਿਰ ਨੂੰ ਹਵਾਲੇ ਕਰਨਾ ਹੈ। ਜੇ ਇਸ ਰਸਤੇ ਤੇ ਆਉਣਾ ਹੈ ਤੇ ਇਸ ਰਸਤੇ ਤੇ ਗਿਆਨ ਰਸਤਾ ਪਤਾ ਹੋਣਾ ਚਾਹੀਦਾ। ਇਸ ਤੋਂ ਬਾਅਦ ਜਿਹੜਾ ਹੈਗਾ ਇਹ ਗਿਆਨ ਛੱਡਣਾ ਹੈ ਆ, ਔਰ ਤਾਂ ਆਪਾਂ ਅੰਦਰ ਦੀ ਯਾਤਰਾ ਕਰ ਸਕਦੇ ਹਾਂ। ਰਹਾਓ। ਜਾਤ ਮਹਿ ਜੋਤ। ਜਿੰਨੀਆਂ ਵੀ ਜਾਤਾਂ ਹੈਗੀਆਂ, ਜਿੰਨੇ ਵੀ ਜੀਵ ਹੈਗੇ, ਜਿੰਨਾ ਜੋ ਕੁਛ ਵੀ ਰਚਨਾ ਹੈਗੀ, ਉਹਦੇ ਵਿੱਚ ਉਹ ਮਾਲਕ ਪਰਮਾਤਮਾ ਉਹਦੀ ਜੋਤ ਹੈਗੀ। ਜਾਤ ਮਹਿ ਜੋਤ। ਜੋਤ ਮਹਿ ਜਾਤਾ। ਇਸ ਜੋਤ ਦੇ ਵਿੱਚ ਪਰਮਾਤਮਾ ਦੇ ਵਿੱਚ ਹੀ ਸਾਰੀਆਂ ਜਾਤਾਂ, ਸਾਰਾ ਕੁਛ ਉਹਦੇ ਮਾਲਕ ਦੇ ਵਿੱਚ ਹੀ ਆ, ਔਰ ਸਾਰੀਆਂ ਦੇ ਵਿੱਚ ਮਾਲਕ ਹੈਗਾ, ਔਰ ਮਾਲਕ ਦੇ ਵਿੱਚ ਸਾਰੇ ਹੈਗੇ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਆ। ਸਿਰ ਫਿਰ ਜਾਂਦਾ ਹੈ ਸਾਧ ਸੰਗਤ ਜੀ। ਕਹਿੰਦੇ ਆ ਤੇਰਾ ਕ੍ਰਿਸ਼ਮਾ, ਤੇਰੀ ਕਲਾ, ਤੇਰੀ ਪਾਵਰ ਔਰ ਭਰਪੂਰ ਹੈ ਮਾਲਕ ਪਰਮਾਤਮਾ। ਆ ਦੇਖੋ ਮਾਲਕ ਪਰਮਾਤਮਾ ਦੀ ਅਕਲ। ਅਕਲ ਕਹਿੰਦੇ ਆ ਉਹਦੀ ਪਾਵਰ, ਅਕਲ ਕਲਾ ਭਰਪੂਰ ਰਿਹਾ ਮਾਲਕ ਪਰਮਾਤਮਾ। ਇੱਥੇ ਆ ਕੇ ਅਕਲ ਕਹਿੰਦੇ ਭਾਈ ਕਰਿਸ਼ਮਾ ਹੀ ਆ, ਵਾਹ ਹੀ ਆ, ਭਰਪੂਰ ਹੈ ਮਾਲਕ ਪਰਮਾਤਮਾ। ਉਹਦੀ ਦੇਖੋ ਕੈਸੀ ਕਲਾ ਹੈ, ਕੈਸੀ ਪਾਵਰ ਹੈ ਉਸ ਮਾਲਕ ਪਰਮਾਤਮਾ ਦੀ। ਸਾਰਿਆਂ ਦੇ ਅੰਦਰ ਹੈਗਾ ਔਰ ਸਾਰੇ ਉਹਦੇ ਅੰਦਰ ਹੈਗੇ। ਕਹਿੰਦੇ ਮਾਲਕਾ ਇਹ ਤਾਂ ਮੇਰੀ ਬੁੱਧੀ 'ਚ ਜਾਂਦਾ ਹੀ ਨਹੀਂ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨੇ ਕੀਤੀ ਸੋ ਪਾਰ ਪਿਆ। ਆ ਦੇਖੋ ਰਸਤਾ ਦੱਸ ਰਹੇ ਮਹਾਰਾਜ। ਸੈਂਟਰਲ ਆਈਡੀਆ ਇਹ ਰਹਾਓ ਦੀ ਪੰਕਤੀਆਂ ਹੈਗੀਆਂ। ਰਹਾਓ ਦਾ ਬੰਦ ਹੈਗਾ। ਤੂੰ ਸੱਚਾ ਸਾਹਿਬ। ਦੇਖੋ ਇਹਦੇ ਸ਼ਲੋਕ ਦੇ ਵਿੱਚ ਰਹਾਓ ਲਾਤਾ ਮਹਾਰਾਜ ਨੇ। ਸ਼ਬਦ ਦੇ ਵਿੱਚ ਰਹਾਓ ਹੁੰਦਾ, ਸ਼ਲੋਕ ਦੇ ਵਿੱਚ ਰਹਾਓ ਲਾਤਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਤੂੰ ਹਮੇਸ਼ਾ ਰਹਿਣ ਵਾਲਾ ਹੈ ਔਰ ਮਾਲਕ ਹੈਗਾ, ਕਰਤਾ ਹੈਗਾ, ਔਰ ਤੇਰੀ ਸਿਫਤ ਕਰਨੀ ਸੋਹਣੀ ਹੈਗੀ। ਆਹੀ ਕੰਮ ਹੈ। ਅਮਾਇਆ ਇਹ ਸੰਸਾਰ, ਜੋ ਕੁਛ ਵੀ ਸੰਸਾਰ ਦੇ ਵਿੱਚ ਜਿਹੜਾ ਮਰਜੀ ਨਾਡੂ ਖਾਏ ਸੰਸਾਰ ਦੇ ਵਿੱਚ, ਸਿਫਤ ਕਰਨੀ ਮਾਲਕ ਦੀ ਬਣਦੀ ਹੈ। ਸੋਹਣੀ ਸਿਫਤ ਮਾਲਕ ਦੀ ਹੈ। ਉਹੀ ਹੈਗਾ ਕੱਲਾ, ਉਸੇ ਤੋਂ ਸਾਰੇ ਪੈਦਾ ਹੋਏ। ਠੀਕ ਹੈ, ਉਹਦੀ ਰਚਨਾ, ਉਹਦੀ ਕਿਰਤ ਦੇਖ ਕੇ ਆਪਾਂ ਦੇਖ ਕੇ ਆਸ਼ਚਰਜਨਕ ਹੋ ਜਾਂਦੇ ਹਾਂ, ਪਰ ਉਹਦੇ ਵਿੱਚੋਂ ਕਿਰਤ ਤੋਂ ਮਾਲਕ ਚੇਤੇ ਆਉਣਾ ਚਾਹੀਦਾ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨੇ ਕੀਤੀ ਸੋ ਪਾਰ ਪਿਆ। ਕਹਿੰਦੇ ਉਹ ਪਾਰ ਹੋ ਜਾਂਦਾ ਹੈ। ਵਾਹ ਮਾਲਕਾ ਵਾਹ, ਕਮਾਲ ਕਮਾਲ ਕਮਾਲ। ਕਿਉਂਕਿ ਉਹ ਇੱਕੋ ਹੀ ਹੈਗਾ, ਇੱਕੋ ਦੇ ਗੁਣ ਗਾਉਣੇ ਬਣਦੇ ਆ ਭਾਈ। ਜੇ ਦੋ ਹੋਏ ਤੇ ਦੋ ਦੇ ਗਾ ਲਈਏ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨੇ ਕੀਤੀ ਸੋ ਪਾਰ ਪਿਆ। ਹੋਰ ਕੋਈ ਰਸਤਾ ਨਹੀਂ ਹੈਗਾ ਇਹ ਸੰਸਾਰ ਸਮੁੰਦਰ ਤੋਂ ਨਿਕਲਣ ਦਾ। ਸਿਰਫ ਸੋਹਣੀ ਉਹ ਮਾਲਕ ਸੋਹਣੇ ਦੀ ਸੋਹਣੀ ਸਿਫਤ ਕਰਨੀ ਬਣਦੀ ਹੈਗੀ, ਕਿਉਂਕਿ ਉਹ ਮਾਲਕ ਹੈਗਾ। ਹਰ ਚੀਜ਼ ਉਸੇ ਦੀ ਦਿੱਤੀ ਹੋਈ ਆ। ਆ ਸੋਹਣਾ ਜਿਹੜਾ ਆਪਾਂ ਨੂੰ ਮੇਰ ਸਰੀਰ ਦਿੱਤਾ ਹੈ। ਮੇਰ ਕਹਿੰਦੇ ਸ਼ਿਰੋਮਣੀ, ਸਭ ਤੋਂ ਉੱਚੀ ਜਾਤ। ਸ਼ਿਰੋਮਣੀ ਸਰੀਰ ਹੈ ਆਪਣੇ ਕੋਲ, ਇਸ ਤੋਂ ਉੱਪਰ ਕੋਈ ਸਰੀਰ ਨਹੀਂ ਹੈਗਾ। ਨਾਨਕ ਇਸ ਤਰ੍ਹਾਂ ਹੁੰਦਾ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹ। ਮੇਰ ਮਤਲਬ ਸਭ ਤੋਂ ਉੱਚੀ ਜੂਨ ਮਿਲੀ ਹੋਈ ਆਪਾਂ ਨੂੰ। ਇਹ ਨਿਕਲਣ ਵਾਲੀ ਜੂਨ ਹੈ, ਮੇਰੂ ਜੂਨ ਹੈ। ਮੇਰੂ
ਮੇਰੂ ਮੇਰੂ ਜਿਹੜਾ ਹੈਗਾ ਦੇਖੋ ਮਾਲਾ ਵੱਡਾ ਜਿਹੜਾ ਉਹਦਾ ਉੱਪਰਲੀ ਗੱਠ ਹੁੰਦੀ ਜਿਹਦੇ ਉਹਦੇ ਦੁਆਲੇ ਮਾਲਾ ਚੱਲਦੀ ਹੈ ਉੱਥੋਂ। ਇਹ ਵੈਸੇ ਵੀ ਮੇਰੂਦੰਡ ਹੁੰਦਾ ਨਾ ਜਿਹੜਾ ਇਹ ਉੱਪਰਲਾ ਦੰਡ ਜਿਹਨੂੰ ਕਹਿੰਦੇ ਆ ਬਾਡੀ ਦਾ। ਹਾਂ ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ ਜਿਨੇ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ। ਕਹਿੰਦੇ ਉਹਦੀ ਸਿਫਤ ਕਰ, ਕਹੋ ਨਾਨਕ ਉਹ ਮੇਰੇ ਮਨਾ, ਉਹ ਕਰਤੇ ਦੀ ਗੱਲ ਕਰ, ਕਰਤੇ ਦੀ ਸਿਫਤ ਕਰ। ਔਰ ਜੋ ਕੁਛ ਕਰ ਰਿਹਾ ਹੈ ਮਾਲਕ ਪਰਮਾਤਮਾ, ਜੋ ਉਹਨੇ ਕਰਨਾ ਹੈਗਾ ਉਹ ਕਰ ਰਿਹਾ ਹੈ। ਉਹਦੇ ਵਿੱਚ ਤੂੰ ਦਖਲਅੰਦਾਜ਼ੀ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ। ਤੂੰ ਕੀ ਕੋਈ ਵੀ ਮਾਲਕ ਦੇ ਕਰਨੇ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਕ੍ਰੀਏਟ ਕਰ ਸਕਦਾ। ਔਰ ਜੋ ਉਹਨੇ ਕਰਨਾ ਹੈ ਉਹ ਕਰ ਰਿਹਾ ਹੈ, ਔਰ ਕਿਸੇ ਦੀ ਸਲਾਹ ਨਹੀਂ ਲੈਂਦਾ। ਉਹਦਾ ਕੋਈ ਮੰਤਰੀ ਨਹੀਂ ਹੈਗਾ ਉਹਨੂੰ ਮੰਤਰਨਾ ਦੇਣ ਵਾਸਤੇ। ਮਹਲਾ ਦੂਜਾ ਦੂਸਰੀ ਪਾਤਸ਼ਾਹੀ ਕਲੀਅਰ ਕਰ ਰਹੀ ਹੈ। ਹੋਰ ਕਹਿੰਦੇ ਦੇਖੋ ਐਸੀ ਧਾਰਨਾ ਬਣੀ ਹੋਈ ਸੀ ਉਸ ਟਾਈਮ ਜਿਹੜਾ ਹਿੰਦੂ ਧਰਮ ਸੀਗਾ, ਜਿਸ ਟਾਈਮ ਉਹ ਹਿੰਦੂ ਧਰਮਾਂ ਦੀਆਂ ਧਾਰਨਾ ਉਹਨਾਂ ਦੇ ਜਿਸ ਤਰ੍ਹਾਂ ਦੇ ਜਿਹੜੇ ਹੈਗੇ ਮਨੂਵਾਦ ਸੀਗਾ ਉਸ ਟਾਈਮ, ਉਹ ਇਸ ਤਰੀਕੇ ਦੇ ਨਾਲ ਉਹਨਾਂ ਦਾ ਸੀਗਾ ਹਿਸਾਬ ਕਿਤਾਬ। ਜੋਗੀ ਲੋਕ ਸੀਗੇ ਔਰ 4 ਕੈਟੇਗਰੀਆਂ ਸੀਗੀਆਂ, ਬ੍ਰਾਹਮਣ, ਖੱਤਰੀ ਔਰ ਵੈश्य ਔਰ ਸ਼ੂਦਰ। ਜੋਗੀ ਸੀਗੇ ਮਹਾਰਾਜ ਨੇ ਇਹਦੇ ਵਿੱਚ ਜੋਗੀ ਲਏ ਆ, ਬ੍ਰਾਹਮਣ ਲਏ ਆ, ਖੱਤਰੀ ਲਏ ਆ, ਸ਼ੂਦਰ ਲਏ ਆ। ਜੋਗ ਸ਼ਬਦੰ ਗਿਆਨ ਸ਼ਬਦੰ ਕਹਿੰਦੇ ਜੋਗੀ ਜਿਹੜੇ ਸੀਗੇ ਉਹਨਾਂ ਨੂੰ ਕੀ ਚੀਜ਼ ਚਾਹੀਦੀ ਹੈ। ਕਹਿੰਦੇ ਜੋਗੀ ਹੈ ਤੇ ਉਹਦੇ ਕੋਲ ਕੀ ਹੋਣਾ ਚਾਹੀਦਾ ਹੈ। ਸ਼ਬਦੰ ਦਾ ਮਤਲਬ ਕੀ ਹੋਣਾ ਚਾਹੀਦਾ, ਉਹਦੇ ਕੋਲ ਗਿਆਨ ਹੋਣਾ ਚਾਹੀਦਾ, ਉਹਦੇ ਕੋਲ ਜੋਗ ਦਾ ਗਿਆਨ ਹੋਣਾ ਚਾਹੀਦਾ ਹੈ। ਵੇਦ ਸ਼ਬਦੰ ਬ੍ਰਾਹਮਣ ਹੈ, ਬ੍ਰਾਹਮਣਾਂ ਕੋਲ ਕੀ ਹੋਣਾ ਚਾਹੀਦਾ। ਬ੍ਰਾਹਮਣਾਂ ਕੋਲ ਜਿਹੜੇ ਹੈਗੇ ਆ ਵੇਦ ਹੈਗੇ, ਜੋ ਧਾਰਮਿਕ ਗ੍ਰੰਥ ਹੈਗੇ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਜੋਗੀਆਂ ਨੂੰ ਯੋਗ ਕਿਵੇਂ ਕਰਨਾ ਹੈ ਉਹਦਾ ਗਿਆਨ ਹੋਣਾ ਚਾਹੀਦਾ। ਬ੍ਰਾਹਮਣਾਂ ਨੂੰ ਜਿਹੜਾ ਹੈਗਾ ਵੇਦਾਂ ਦਾ ਗਿਆਨ ਹੋਣਾ ਚਾਹੀਦਾ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀ ਛਤਰੀ ਜਿਹੜਾ ਹੈਗੇ ਸੂਰਵੀਰ ਹੈਗੇ ਤੇ ਉਹਨਾਂ ਕੋਲ ਸੂਰਵੀਰਤਾ ਹੋਣੀ ਚਾਹੀਦੀ ਹੈ, ਤਾਂ ਉਹ ਖੱਤਰੀ ਹੈਗੇ। ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਔਰ ਸ਼ੂਦਰ ਜਿਹੜੇ ਹੈਗੇ ਉਹਨਾਂ ਵਿਚਾਰਿਆਂ ਨੂੰ ਕਹਿੰਦੇ ਆ ਦੂਸਰੇ ਦੀ ਸੇਵਾ ਕਰਨੀ, ਪਰ ਦੀ ਕਿਰਤ ਕਰਨੀ, ਦੂਸਰੇ ਦੀ ਸੇਵਾ ਕਰਨੀ, ਇਹ ਸ਼ੂਦਰਾਂ ਦਾ ਕੰਮ ਹੈਗਾ। ਵਾਹ ਜੀ ਵਾਹ, ਕਮਾਲ ਹੋਈ ਪਈ ਹੈ। ਮਹਾਰਾਜ ਕਹਿੰਦੇ ਬਿਲਕੁਲ ਗਲਤ। ਦੂਸਰੀ ਪਾਤਸ਼ਾਹੀ ਨੇ ਕਾਟੀ ਮਾਰਤੀ, ਕਹਿੰਦੇ ਬਿਲਕੁਲ ਗਲਤ। ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਓ, ਕਹਿੰਦੇ ਜਿਹੜੇ ਵੀ ਹੈਗੇ ਜੋਗੀ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਜੋ ਮਰਜ਼ੀ ਹੈਗੇ, ਕੋਈ ਵੀ ਦੁਨੀਆ ਦਾ ਇਨਸਾਨ ਜਿਹੜਾ ਇਸ ਸਰੀਰ ਦੇ ਵਿੱਚ ਹੈਗਾ, ਇਨਸਾਨ ਜਾਮੇ ਦੇ ਵਿੱਚ ਹੈਗਾ, ਉਹਦਾ ਧਰਮ ਸਰਬ ਸ਼ਬਦੰ ਸਾਰਿਆਂ ਦਾ ਧਰਮ ਇੱਕ ਸ਼ਬਦੰ, ਇੱਕ ਪਰਮਾਤਮਾ ਹੈ। ਪਰਮਾਤਮਾ ਹੈ, ਪਰਮਾਤਮਾ ਨੂੰ ਆਤਮਾ ਨੂੰ ਮਿਲਣਾ, ਆਤਮਾ ਦਾ ਗਿਆਨ ਲੈਣਾ ਸਾਰਿਆਂ ਦਾ ਅਧਿਕਾਰ ਹੈਗਾ। ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਜੋਗੀ ਹੈਗਾ, ਭਾਵੇਂ ਕੋਈ ਖੱਤਰੀ ਹੈਗਾ, ਭਾਵੇਂ ਕੋਈ ਸ਼ੂਦਰ ਹੈਗਾ, ਭਾਵੇਂ ਕੋਈ ਵੈਸ਼, ਜੋ ਮਰਜ਼ੀ ਹੈਗਾ। ਮੁੱਖ ਦੀ ਗੱਲ ਹੈਗੀ ਭਾਈ, ਇਸ ਤੋਂ ਬਾਅਦ ਮੁਸਲਮਾਨੀ ਰਾਜ ਹੋ ਗਿਆ। ਪਹਿਲਾਂ ਹਿੰਦੂ ਸੀ, ਮੁਸਲਮਾਨੀ ਰਾਜ ਹੋ ਗਿਆ। ਫਿਰ ਇਸ ਤੋਂ ਬਾਅਦ ਕ੍ਰਿਸਚਨ, ਸਾਰਾ ਜੋ ਵੀ ਸਾਰਿਆਂ ਦਾ ਕਹਿੰਦੇ ਜਿੰਨੀ ਲੁਕਾਈ ਹੈਗੀ ਸਾਰਿਆਂ ਦਾ ਧਰਮ ਹੈਗਾ ਵੀ ਆਪਣੇ ਆਪ ਨੂੰ ਜਾਣਨਾ, ਪਰਮਾਤਮਾ ਨੂੰ ਜਾਣਨਾ, ਆਤਮਾ ਨੂੰ ਜਾਣਨਾ। ਇਹ ਸਾਰਿਆਂ ਦਾ ਕਿਸੇ ਦੇ ਬਾਪ ਦੀ ਉਹ ਨਹੀਂ ਹੈਗੀ ਆ।
ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਆ ਭੇਤਿਆ, ਆ ਭੇਤਿਆ, ਜੇ ਕੋਈ ਜਾਣ ਲੈ ਬਸ। ਆ ਧਰਮ ਹੈ ਸਾਰਿਆਂ ਦਾ ਧਰਮ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਦੂਸਰੀ ਪਾਤਸ਼ਾਹੀ ਕਹ ਰਹੀ, ਮੈਂ ਤਾਂ ਉਹਦਾ ਦਾਸ ਹਾਂ ਭਾਈ, ਉਸ ਦਾ ਦਾਸ ਹਾਂ ਜਿਹਨੇ ਆ ਭੇਤ ਲੈ ਲਿਆ, ਜਿਹਨੇ ਇੱਕ ਵੱਲ ਚੱਲ ਪਿਆ, ਜਿਹੜਾ ਇੱਕ ਦਾ ਭੇਤ ਜਿਹਨੂੰ ਆ ਗਿਆ, ਜਿਹਨੂੰ ਪਤਾ ਲੱਗ ਗਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਦੇ ਨਾਲ ਜੁੜਨਾ ਆ, ਜਿਹੜਾ ਮੇਰੇ ਅੰਦਰ ਆ। ਕਹਿੰਦੇ ਮੈਂ ਤਾਂ ਉਹਦਾ ਦਾਸ ਹਾਂ। ਔਰ ਉਹ ਕੌਣ ਹੈਗਾ? ਕਹਿੰਦੇ ਉਹ ਇਨਸਾਨ ਥੋੜੀ ਨਾ ਹੈਗਾ, ਉਹ ਤਾਂ ਨਿਰੰਜਨ ਹੋ ਗਿਆ ਹੈ, ਹੋ ਜਾਏਗਾ। ਉਹ ਤਾਂ ਪ੍ਰਕਾਸ਼ ਰੂਪ ਆ, ਉਹ ਤਾਂ ਦੇਵ ਹੈਗਾ, ਪੂਜਣ ਯੋਗ ਹੈਗਾ ਉਹ ਤਾਂ। ਦੇਖੋ ਕਿਆ ਹੈ, ਇਹਨੂੰ ਗਾ ਕੇ ਨਗਾ ਦਿੰਦੇ ਆਪਾਂ, ਇਹਦਾ ਪਾਠ ਕਰਕੇ ਨਗਾ ਦਿੰਦੇ ਆਪਾਂ ਇਸ ਪਾਣੀ ਨੂੰ। ਮਹਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ। ਦੇਵ ਦੇਵਾ ਤਾਂ ਆਤਮਾ। ਕ੍ਰਿਸ਼ਨ ਕਹਿੰਦੇ ਕ੍ਰਿਸ਼ਨ ਕਹਿੰਦੇ ਭਗਵਾਨ ਪਰਮਾਤਮਾ, ਇੱਕ ਪਰਮਾਤਮਾ ਸਰਬ ਦੇਵਾ, ਸਾਰਿਆਂ ਦੇ ਅੰਦਰ ਉਹੀ ਦੇਵਤਾ ਪੂਜਣ ਯੋਗ ਆ, ਔਰ ਉਹ ਸਾਰਿਆਂ ਦੇ ਅੰਦਰ ਹੈਗਾ। ਇੱਕ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਔਰ ਜਿਹੜੇ ਵੀ ਹੈਗੇ, ਜਿਹੜੇ ਵੀ ਜਿਨ੍ਹਾਂ ਦੇ ਅੰਦਰ ਵੀ ਉਹ ਦੇਵਤਾ ਹੈਗਾ, ਦੇਵ ਦੇਵਾ ਤਾਂ ਆਤਮਾ। ਉਹ ਕੌਣ ਹੈ? ਕਹਿੰਦੇ ਉਹ ਪਰਮਾਤਮਾ ਦੀ ਆਤਮਾ ਹੀ ਹੈਗੇ ਆ, ਉਸ ਪਰਮਾਤਮਾ ਦਾ ਅੰਸ਼ ਹੈਗੇ ਆ। ਆਤਮਾ ਹੀ ਹੈਗੀ ਪਰਮਾਤਮਾ ਦਾ ਅੰਸ਼। ਦੇਵ ਦੇਵਾ ਤਾਂ ਆਤਮਾ। ਉਹ ਪਰਮਾਤਮਾ ਸਾਰਿਆਂ ਦੇ ਵਿੱਚ ਹੈਗਾ, ਉਹ ਦੇਵਤਾ ਸਾਰਿਆਂ ਦੇ ਵਿੱਚ ਹੈਗਾ, ਔਰ ਉਹਦੀ ਆਤਮਾ ਪਰਮਾਤਮਾ ਆ। ਦੇਵ ਦੇਵਾ ਤਾਂ ਆਤਮਾ। ਆਤਮਾ ਵਾਸੁਦੇਵस्य ਜੇ ਕੋ ਜਾਣੇ ਪਿਓ। ਇਹ ਆਤਮਾ ਕੀ ਹੈ? ਕਹਿੰਦੇ ਆਤਮਾ ਔਰ ਵਾਸੁਦੇਵस्य। ਵਾਸुदेवस्य कौन? कृष्णं। कृष्णं कौन? परमात्मा। परमात्मा, आत्मा ते परमात्मा, बस इस भेत नूं जे को जाने पिओ। वाह, दूसरी पातशाही, कमाल कमाल कमाल। आ भेत बई आत्मा परमात्मा दा अंश है। ਉਹ वासुदेवस्य। वासुदेव कौन सीगा? कृष्ण जी दा प्यो। आत्मा वासुदेवस्य। कृष्ण कौन है? कहते कृष्ण आत्मा। ਉਹਦਾ ਪਿਓ कौन है? परमात्मा। आत्मा वासुदेवस्य जे को जाने पिओ। आप भेत जे कोई जान ले, और आत्मा अपने अंदर ही है। साध संगत जी, नानक दां का दास है सोई निरंजन देव। फिर देखो सेम दी सेम लास्ट लाइन लगा देती, बिल्कुल सेम दी सेम। नानक तां का दास है सोई निरंजन देव। कमाल कमाल कमाल। कहते नानक मैं तो ਉਹਦਾ ਦਾਸ ਹਾਂ ਭਾਈ, ਜਿਹਨੇ ਆ ਗੱਲ ਜਾਣ ਲਈ ਕਿ ਮੇਰੇ ਅੰਦਰ ਦੇਵਤਾ ਜਿਹਦੀ ਪੂਜਾ ਕਰਨੀ ਆ ਉਹ ਮੇਰੀ ਆਤਮਾ ਆ, ਔਰ ਆਤਮਾ ਉਸ ਪਰਮਾਤਮਾ ਦਾ ਅੰਸ਼ ਹੈਗੀ। ਆਤਮਾ ਪਰਮਾਤਮਾ ਦਾ ਭੇਤ ਜਿਹੜਾ ਵੀ ਜਾਣ ਲੈਂਦਾ ਆ, ਕਹਿੰਦੇ ਮੈਂ ਤਾਂ ਉਹਦਾ ਦਾਸ ਹਾਂ। ਬਾਕੀ ਦੇਖੋ ਹੁਣ ਸਾਧ ਸੰਗਤ ਜੀ ਕਿਸ ਤਰੀਕੇ ਦੇ ਨਾਲ ਆਪਾਂ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ। ਆ ਭੇਤ ਨਹੀਂ ਲੈਂਦੇ ਆਪਾਂ। ਅੱਗੇ ਦੇਖਦੇ ਹਾਂ ਮਹਾਰਾਜ ਕੀ ਕਹਿੰਦੇ ਆ। ਮਹਲਾ ਪਹਿਲਾ। कुंभ है बद्धा जल रहा, जल बिन
ਕੁੰਭ ਨਾ ਹੋਏ। ਕੁੰਭ ਕਹਿੰਦੇ ਆ ਭਾਂਡਾ, ਜਿਹੜੇ ਘੜੇ ਵਗੈਰਾ ਭਾਂਡੇ ਹੁੰਦੇ ਸੀਗੇ। ਕਹਿੰਦੇ ਘੜਾ ਜਿਹੜਾ ਹੈਗਾ, ਘੜੇ ਦੇ ਵਿੱਚ ਪਾਣੀ ਘੜੇ ਦੇ ਵਿੱਚ ਰਹਿ ਸਕਦਾ ਹੈ, ਬੰਨਿਆ ਹੋਇਆ ਰਹਿ ਸਕਦਾ, ਘੜੇ ਦੇ ਵਿੱਚ ਹੀ ਰਹੂਗਾ, ਉਹ ਬਾਹਰ ਨਹੀਂ ਜਾਊਗਾ। ਪਰ ਘੜਾ ਪਾਣੀ ਤੋਂ ਬਗੈਰ ਕਹਿੰਦੇ ਘੜਾ ਨਹੀਂ ਹੁੰਦਾ। ਪਾਣੀ ਚਾਹੀਦਾ ਘੜੇ ਨੂੰ ਬਣਾਉਣ ਵਾਸਤੇ, ਮਿੱਟੀ ਨੂੰ ਗੁੰਨਣ ਵਾਸਤੇ ਪਾਣੀ ਚਾਹੀਦਾ ਹੈ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕੀ ਮਤਲਬ? ਅੱਗੇ ਲਾਈਨ ਅੱਗੇ ਦੇ ਰਹੇ हैं महाराज, वे की कहना चाह रहे हैं महाराज? ज्ञान का बद्धा मन रहे, गुर बिन ज्ञान ना होए। आ तेरा मन, तेरे अंदर ਜਿਹੜੀ ਆਤਮਾ ਪਾਈ ਉਹਦੇ ਮਹਿਲ ਚੜ ਜਾਂਦੀ ਹੈ, ਮਨ ਡਰਾਈਵਰ ਬਣ ਜਾਂਦਾ ਹੈ। ਇਹ ਕਹਿੰਦੇ ਆ ਰੁਕ ਸਕਦਾ ਆ, ਇਹ ਰਹਿ ਸਕਦਾ ਆ ਬਾਉਂਡਰੀ ਦੇ ਵਿੱਚ, ਪਰ ਇਹਦੇ ਵਾਸਤੇ ਜਲ ਚਾਹੀਦਾ ਹੈ। ਜਲ ਮਤਲਬ ਗੁਰੂ ਚਾਹੀਦਾ ਹੈ, ਗਿਆਨ ਚਾਹੀਦਾ ਇਹਦੇ ਵਾਸਤੇ, ਮਨ ਨੂੰ ਰੋਕਣ ਵਾਸਤੇ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਗੁਰੂ ਤੋਂ ਬਗੈਰ ਨਹੀਂ ਹੋ ਸਕਦਾ। ਹਾਂਜੀ ਜਸਪਾਲ ਜੀ, ਵੈਲਕਮ ਸਰ। ਸੌਰੀ ਧੰਨਵਾਦ ਸਾਰੀ ਸੰਗਤ ਨੂੰ, ਗੁਰੂ ਫਤਿਹ। ਮੈਂ ਤਾਂ ਇਹ ਕਹਿਣਾ ਸੀ ਕਿ ਕਈ ਨਾ ਇੱਥੇ ਮਨ 'ਚ ਸਵਾਲ ਉੱਠਦਾ, ਕਈ ਕਹਿੰਦੇ ਵੀ ਨੇ ਵੀ ਗਿਆਨ ਹੀ ਗੁਰੂ ਆ। ਇੱਥੇ ਇਹ ਸ਼ਬਦ ਦੇ ਵਿੱਚ ਦੋ ਚੀਜ਼ਾਂ ਬਿਲਕੁਲ ਵੱਖਰੀਆਂ ਕਰ ਗਏ ਵੀ ਇਹ ਮਨ ਨੂੰ ਬੰਨਣਾ ਤੈਨੂੰ ਗਿਆਨ ਚਾਹੀਦਾ। ਗਿਆਨ ਕਿਹੜਾ ਵੇ? ਵੀ ਜਿਹੜਾ ਗਿਆਨ ਆ ਉਹ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਜਿਹੜਾ ਗੁਰੂ ਆ ਉਹ ਹੋਰ ਆ, ਫਿਰ ਗਿਆਨ ਉਹ ਤਾਂ ਗਿਆਨ ਗੁਰੂ ਦਾ ਦਿੱਤਾ ਹੋਰ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਗੁਰੂ ਜਿਹੜਾ ਹੈਗਾ ਉਹਨੇ ਗਿਆਨ ਲੈ ਲਿਆ ਆ, ਉਹਨੇ ਗਿਆਨ ਲੈ ਲਿਆ, ਉਹ ਗਿਆਨ ਦੇ ਅਨੁਸਾਰ ਉਹਨੇ ਕਾਰਵਾਈ ਪਾ ਲਈ ਆ, ਉਹ ਇੱਕ ਹੋ ਗਿਆ ਹੈ, ਉਹ ਇੱਕ ਹੋ ਗਿਆ, ਉਹੀ ਗਿਆਨ ਦੇ ਸਕਦਾ ਹੈ। ਪੌੜੀ ਪੜਿਆ ਹੋਵੇ ਗੁਨਾਹਗਾਰ, ਪੜਿਆ ਹੋਵੇ ਗੁਨਾਹਗਾਰ। ਲੋ ਦੇਖੋ ਕੀ ਕਹਿ ਰਹੇ ਮਹਾਰਾਜ, ਤਾਂ ਉਮੀ ਸਾਧ ਨਾ ਮਾਰੀਏ। ਕਹਿੰਦੇ ਉਮੀ ਸਾਧੂ, ਉਮੀ ਨਾਮ ਦਾ ਸਾਧੂ ਨਾ ਮਾਰੀਏ। ਕੀ ਮਤਲਬ ਹੋਇਆ ਜੀ? ਪੜਿਆ ਹੋਵੇ ਗੁਨਾਹਗਾਰ। ਕਹਿੰਦੇ ਜੇ ਤੂੰ ਖਾਲੀ ਪੜ੍ਹਦਾ ਰਹਿ ਗਿਆ, ਇਹ ਗਿਆਨ ਨੂੰ ਖਾਲੀ ਪੜ੍ਹਦਾ ਰਹਿ ਗਿਆ, ਪਾਠ ਕਰਦਾ ਰਹਿ ਗਿਆ, ਤੇ ਫਿਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹਨਾਂ ਤੋਂ ਤੂੰ ਬਚ ਨਹੀਂ ਪਾਏਂਗਾ। ਇਹ ਗਿਆਨ ਜਿਹੜਾ ਹੈਗਾ, ਇਹ ਪੜ੍ਹਾਈ ਜਿਹੜੀ ਹੈਗੀ, ਇਹ ਪਾਠ ਜਿਹੜੇ ਹੈਗੇ ਨਹੀਂ ਬਚਾ ਸਕਦੇ ਤੈਨੂੰ ਗੁਨਾਹ ਕਰਨ ਤੋਂ। ਇਹ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਸਾਧ ਸੰਗਤ ਜੀ। ਪੜ੍ਹਿਆ ਹੋਵੇ ਗੁਨਾਹਗਾਰ। ਗੁਨਾਹਗਾਰ ਕੌਣ ਹੁੰਦਾ ਹੈ? ਮੁਜਰਿਮ। ਧਰਮਰਾਜ ਦੀ ਸਲਤਨਤ, ਧਰਮਰਾਜ ਦੀ ਰਿਆਇਆ, ਉਹਦਾ ਫੈਸਲਾ ਧਰਮਰਾਜ ਕੋਲ ਜਾਏਗਾ। ਧਰਮਰਾਜ ਦੇ ਕੋਲ ਫੈਸਲਾ ਜਾਏਗਾ। ਕੀ ਮਤਲਬ ਹੋ ਗਿਆ? ਭਈ ਅੱਗੇ ਤੇਰੀ ਯਾਤਰਾ ਹੈਗੀ ਆ, ਤੂੰ ਪਾਸ ਨਹੀਂ ਹੋਇਆ। ਪੜਿਆ ਹੋਵੇ ਗੁਨਾਹਗਾਰ, ਤਾਂ ਓਮੀ ਸਾਧ ਨਾ ਮਾਰੀਏ। ਓਮੀ ਸਾਧ ਦਾ ਕੀ ਮਤਲਬ? ਓਮ। ਕੀ ਮਤਲਬ? ਕਹਿੰਦੇ ਨਾਮ ਦੀ ਸਾਧਨਾ ਕਰ, ਮਨ ਨੂੰ ਸਾਧ। ਸਾਧਨਾ ਕੀ ਕਰਨੀ? ਮਨ ਨੂੰ ਸਾਧ। ਸਾਧ ਦਾ ਕੀ ਮਤਲਬ? ਜਿਹਨੇ ਮਨ ਸਾਧਿਆ ਹੋਇਆ ਉਹਨੂੰ ਸਾਧ ਕਹਿੰਦੇ। ਓਮੀ ਸਾਧ ਕਹਿੰਦੇ ਉਹ ਗਿਆਨ ਜੋ ਕਹਿ ਰਿਹਾ ਆ, ਪੜ੍ਹਾਈ ਜੋ ਕਹਿ ਰਹੀ ਆ, ਉਹ ਕੰਮ ਕਰ। ਉਹ ਮਨ ਨੂੰ ਸਾਧਣ ਤੋਂ ਇਲਾਵਾ ਕੁਛ ਨਹੀਂ ਕਹਿ ਰਹੀ। ਪੜਿਆ ਹੋਵੇ ਗੁਨਾਹਗਾਰ, ਤਾਂ ਓਮੀ ਸਾਧ ਨਾ ਮਾਰੀਏ। ਫਿਰ ਤੂੰ ਨਹੀਂ ਮਾਰਿਆ ਜਾ ਸਕੇਗਾ, ਫਿਰ ਗੁਨਾਹਗਾਰ ਨਹੀਂ ਹੋਏਗਾ। ਉੱਥੇ ਧਰਮਰਾਜ ਤੈਨੂੰ ਕੋਈ ਚਾਰਜ ਨਹੀਂ ਲਗਾ ਸਕਦਾ। ਜਿਹਾ ਕਾਲੇ ਕਾਲਣਾ ਤੇ ਵੇ ਹੋ ਨਾ ਉਪਚਾਰੀਏ। ਅੱਗੇ ਹੁਣ ਤੇਰੀ ਮਰਜ਼ੀ ਆ ਭਾਈ, ਜਿਹੇ ਜੀ ਕਾਲਣਾ ਕਰੇਗਾ, ਜਿੱਥੇ ਇਨਵੈਸਟ ਕਰੇਗਾ, ਜੋ ਵੀ ਕਰੇਗਾ, ਭਾਵੇਂ ਪੜ੍ਹ ਕੇ ਕੱਢ ਜਾ, ਔਰ ਭਾਵੇਂ ਅਸਾਧਨਾ ਕਰ ਲਾ, ਮਨ ਨੂੰ ਸਾਧ ਲਾ। ਵੀਰ ਜੀ
ਤਾਰ ਦਾ ਤਾਂ ਦਾ ਨਹੀਂ ਮਤਲਬ ਸਮਝ ਲੱਗੀ। ਤਾਂ ਓਮੀ ਤਾਂ ਦਾ ਮਤਲਬ ਕੀ ਹੋਇਆ? ਤਾਂ ਦਾ ਮਤਲਬ ਇਸ ਕਰਕੇ ਓਮੀ ਸਾਧ, ਓਮ ਦੀ ਸਾਧਨਾ ਕਰ, ਮਨ ਦੀ ਸਾਧਨਾ ਕਰ, ਮਨ ਨੂੰ ਸਾਧ। ਤਾਂ ਭਈ ਪੜਿਆ ਹੋਵੇ ਗੁਨਾਹਗਾਰ, ਜੇ ਪੜਨ ਦੇ ਨਾਲ ਗੁਨਾਹਗਾਰ ਹੋ ਰਹੇ ਆ ਤੇ ਫਿਰ ਕਹਿੰਦੇ ਫਿਰ ਆਹ ਕੰਮ ਕਰ, ਫਿਰ ਤਾਂ ਇਸ ਕਰਕੇ। ਠੀਕ ਹੈ ਜੀ। ਹਾਂ, ਬਹੁਤ ਵਧੀਆ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ, ਇੱਥੇ ਨਾ ਮਾਰੀਏ। ਇਸ ਤਰ੍ਹਾਂ ਦੇਖੋ, ਇਹਦੇ ਲਓ ਇਹਦੇ ਅਰਥ, ਬਾਣੀ ਕੜੀਆਂ ਮੰਗਰ ਖੁੱਲੇਗੀ। ਜਿਹਾ ਕਾਲੇ ਕਾਲਣਾ ਤੇ ਵੇ ਹੋ ਨਾ ਪਚਾਰੀਏ। ਬਸ ਜੋ ਵੀ ਹੁਣ ਤੇਰੀ ਕਾਲਣਾ ਜਿਹੇ ਜੀ ਆ, ਉਸ ਕੈਟੇਗਰੀ 'ਚ ਧਰਮਰਾਜ ਨੇ ਪਾ ਦੇਣਾ ਹੈ ਤੈਨੂੰ, ਪਚੇਗਾ ਉਸ ਦੇ ਵਿੱਚ, ਤੇਰਾ ਨਾਂ ਉਹੀ ਵੱਜੂਗਾ ਉੱਥੇ ਧਰਮਰਾਜ ਦੇ। ਇੱਥੇ ਭਾਵੇਂ ਜੇ ਜਿਹਾ ਮਰਜੀ ਤੂੰ ਬ੍ਰਹਮ ਗਿਆਨੀ, ਜੇ ਜਿਹਾ ਮਰਜੀ ਤੂੰ ਬਣ ਜਾਏ, ਸੋ ਮਹਾਂਪੁਰਖ ਗੁਰਮੁਖ ਜੋ ਮਰਜੀ ਦੁਨੀਆ ਦੇ ਵਿੱਚ, ਪਰ ਉੱਥੇ ਤੇਰਾ ਨਾਂ ਉਹੀ ਵੱਜੂਗਾ ਜਿਹੀ ਜੀ ਤੇਰੇ ਕਰਮ ਹੋਣਗੇ, ਜਿਹੀ ਜੀ ਤੇਰੀ ਕਾਲਣਾ ਹੋਏਗੀ, ਜਿੱਥੇ ਤੂੰ ਇਨਵੈਸਟ ਕੀਤਾ ਹੈ ਆ ਸਵਾਸ। ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ। ਉਹ ਮੇਰੇ ਮਨਾ ਨਾ ਐਸੇ ਜਗ੍ਹਾ ਤੇ ਸਵਾਸ ਲਗਾ। ਇਸ ਤਰ੍ਹਾਂ ਦਾ ਹੁਣ ਤੈਨੂੰ ਫਰੀਡਮ ਹੈਗੀ ਆ ਸੰਗਤ ਜੀ, ਆਪਾਂ ਨੂੰ ਪੂਰੀ ਫਰੀਡਮ ਹੈਗੀ, ਜਿੱਧਰ ਮਰਜੀ ਸਵਾਸ ਲਗਾ ਦਈਏ, ਜੋ ਮਰਜੀ ਕਰ ਲਈਏ, ਆਪਾਂ ਨੂੰ ਫਰੀਡਮ ਹੈਗੀ ਜਿੱਥੇ ਤੱਕ ਮਾਲਕ ਪਰਮਾਤਮਾ ਨੇ ਦਿੱਤਾ ਹੋਇਆ। ਐਸੀ ਕਲਾ ਨਾ ਖੇਡੀਏ, ਕਹਿੰਦੇ ਨਾ ਬਈ ਨਾ ਇਹ ਜਿਹਾ ਕੰਮ ਨਾ ਕਰ, ਇਹ ਜੀ ਸਿਆਣਪ ਨਾ ਦਿਖਾ ਮੇਰੇ ਮਨਾ। ਉਹ ਮਾਲਕ ਦੀ ਦਰਗਾਹ ਤੇ ਹਾਰ ਜਾਏਗਾ, ਉੱਥੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਤੇਰਾ ਫੇਲ ਹੋ ਜਾਏਗਾ ਉਸ ਜਗ੍ਹਾ ਤੇ। ਵੀਰ ਜੀ ਉਹ ਕਹਿ ਰਹੇ ਚਾਹੇ ਭਾਵੇਂ ਮਰਜ਼ੀ ਹੁਣ ਤੇਰੀ ਹੈ, ਚਾਹੇ ਪੜ ਕੇ ਕੱਢ ਜਾ ਜਾਂ ਸਾਧਨਾ ਕਰ ਲੈ। ਹਾਂ, ਐਸੀ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ। ਦੇਖੋ ਬਾਣੀ ਤਾਂ ਕਹਿ ਰਹੀ ਖੇਡੀਏ ਨਾ ਖੇਡ, ਇਹਦਾ ਮਤਲਬ ਮਰਜ਼ੀ ਸਾਡੀ ਹੈ, ਆਪਸ਼ਨ ਦਿੱਤਾ ਹੋਇਆ ਬਾਣੀ ਹੈ, ਬਾਣੀ ਨੇ ਖੇਡਿਆ ਨਹੀਂ ਲਿਖਿਆ ਹੋਇਆ। ਐਸੀ ਕਲਾ ਨਾ ਖੇਡੀਏ ਕਹਿੰਦੇ, ਚੇਤਾਵਨੀ ਦੇ ਰਹੇ ਆ। ਬਾਣੀ ਤਾਂ ਆਪਾਂ ਨੂੰ ਕਾਉਂਸਲਿੰਗ ਕਰ ਸਕਦੀ ਆ, ਬਾਣੀ ਆਪਾਂ ਨੂੰ ਫੋਰਸਫੁਲੀ ਥੋੜੀ ਨਾ ਕਰ ਸਕਦੀ। ਜੇ ਫੋਰਸਫੁਲੀ ਕਰਤਾ ਤੇ ਫਿਰ ਕਾਹਦੇ ਚਾਰਜ ਹੋ ਗਏ, ਫਿਰ ਕਾਹਦਾ ਨਿਆਂ ਹੋ ਗਿਆ, ਫਿਰ ਕਿਹਨੂੰ ਕਰਨਾ ਹੈ ਜ਼ਬਰਦਸਤੀ, ਕਿਹਨੂੰ ਕੱਢਣਾ ਹੈ ਉਹ ਫਿਰ ਕਾਹਦੀ ਪਰਮਾਤਮਾ ਦੀ ਕਿਹੇ ਜੀ ਪ੍ਰਣਾਲੀ ਹੋ ਗਈ ਹੈ, ਨਿਆਂ ਪ੍ਰਣਾਲੀ, ਫਿਰ ਤਾਂ ਉਹ ਵੀ ਮੋਦੀ ਹੋ ਗਿਆ। ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ। ਪੜਿਆ ਤੇ ਉਮਿਆ ਵਿਚਾਰ ਅੱਗੇ ਵਿਚਾਰੀਏ। ਕਹਿੰਦੇ ਅੱਗੇ ਆਹੀ ਦੇਖਣਾ ਹੈ ਵੀ ਇਹ ਪੜ ਕੇ ਕੱਢ ਕੇ ਆਇਆ ਆ ਕਿ ਇਹਨੇ ਮਨ ਨੂੰ ਸਾਧਿਆ ਆ। ਪੜਿਆ ਤੇ ਉਮਿਆ ਵਿਚਾਰ ਅੱਗੇ ਵਿਚਾਰੀਏ। ਮੋਹ ਚੱਲੇ ਸੋ ਅੱਗੇ ਮਾਰੀਏ। ਬਸ ਕਹਿੰਦੇ ਜੀ ਸਾਨੂੰ ਆਪਣੇ ਕਰਨ ਦਿਓ ਜੋ ਅਸੀਂ ਕਰ ਰਹੇ ਹਾਂ। ਮੋਹ ਚੱਲੇ, ਮੋਹ ਜੋ ਸਾਡਾ ਮਨ ਕਹਿੰਦਾ ਅਸੀਂ ਤਾਂ ਉਸ ਤਰ੍ਹਾਂ ਕੰਮ ਕਰਨੀ ਹੈ। ਮੋਹ ਚੱਲੇ ਸੋ ਅੱਗੇ ਮਾਰੀਏ। ਬਸ ਕਹਿੰਦੇ ਮਰੇਗਾ ਫਿਰ, ਤੇਰੀ ਮਰਜ਼ੀ ਹੈ, ਤੇਰੀ ਮਰਜ਼ੀ ਹੈ ਮੇਰੇ ਮਨਾ, ਜੋ ਕਰਨਾ ਹੈ ਕਰ ਲਾ, ਤੇਰੀ ਮਰਜ਼ੀ ਹੈਗੀ ਔਰ ਭੁਗਤਾਨ ਵੀ ਤੂੰ ਹੀ ਕਰਨਾ ਹੈ। ਮੋਹ ਚੱਲੇ ਸੋ ਅੱਗੇ ਮਾਰੀਏ। ਸਲੂਟਿਆ ਜੀ ਦੇਖੋ ਕਮਾਲ ਕੀਤੀ ਪਈ ਹੈ, ਕਮਾਲ ਕੀਤੀ ਪਈ ਹੈ। ਆਹ ਆ ਰਿਹਾ ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ। ਕਹਿੰਦੇ ਆ ਮਨੁੱਖੀ ਜੂਨ, ਇਹ ਮੇਰ ਕੋਈ ਪਰਬਤ ਨਹੀਂ ਹੈਗਾ, ਮੇਰੇ ਸਰੀਰ ਦਾ ਨਹੀਂ। ਮੇਰ ਮਨੁੱਖੀ ਸਭ ਤੋਂ ਉੱਪਰਲੀ ਜੂਨੀ, ਇਹਦਾ ਇੱਕ ਰਥ ਵੀ ਹੈ, ਇੱਕ ਇਹਦਾ ਰਥਵਾਹ ਵੀ ਹੈਗਾ। ਆਤਮਾ ਦਿੱਤੀ ਹੈ ਮਾਲਕ ਪਰਮਾਤਮਾ ਨੇ। ਆਤਮਾ ਦੇ ਉੱਤੇ ਜਿਹੜਾ ਹੈਗਾ ਮਨ, ਜਿਹੜਾ ਹੈਗਾ ਮਾਇਆ ਐਸੀ ਬਣਾਈ ਹੈ ਕਿ ਮਨ ਮੈਲ ਮਨ ਦਾ ਕੰਟਰੋਲ ਹੋ ਗਿਆ, ਉਸ ਤੇ ਮੈਲ ਚੜ ਗਈ। ਆਤਮਾ ਨੂੰ ਨਜ਼ਰ ਨਹੀਂ ਆ ਰਿਹਾ, ਹੁਣ ਆਤਮਾ ਦੀ ਡਾਇਰੈਕਸ਼ਨ ਨਹੀਂ ਚੱਲਦੀ। ਜੀਵ ਮਨ ਦੇ ਅਧੀਨ ਹੋ ਗਿਆ। ਇਹ ਰਥਵਾ, ਇਹ ਰਥ ਨੂੰ ਜਿਹੜਾ ਹੈਗਾ ਮਨ ਚਲਾ ਰਿਹਾ। ਹੁਣ ਨਾਨਕ ਮੇਰ ਸਰੀਰ ਕਾ ਇੱਕ ਰਥਵਾਹ।
जुग जुग फेर वटाइए ज्ञानी बुझे ताहें। कहते जुग दे जुग, ये सतयुग त्रेता द्वापर कल युग, ये जुग दे जुग आई जा रहे। कहते वट वट के बदल बदल के आई जा रहे, समा अलग अलग आई जा रहा, क्योंकि प्रगति होई जा रही है, डेवलपमेंट होई जा रही है। सतयुग त्रेता द्वापर कल युग इस तरीके दे नाल कहते। और सतयुग का समा कहते बहुत ज़्यादा हुंदा सी, कहते 17 किन्ने लाख, मैं उसनूं कोई वो नहीं हैगा। फिर त्रेते का कहते आ 15 लाख त्रेते का समा हैगा, 15 लाख साल। फिर इस तो बाद द्वापर का है कहते 9 लाख। फिर इस तो कलयुग का देखो कितनी जल्दी, द्वापर तो कलयुग अद्धा अद्धा, कलयुग 4 लाख कुछ का हो गया। कहते आ समा जिहड़ा है सतयुग का समा ज़्यादा, फिर उस तो त्रेते का उस तो थोड़ा घट, फिर बाकी फिर अद्धे अद्धे होने लग गए, क्योंकि बहुत ज़्यादा माया वध जाती है। कहते जुग जुग फेर बटाई, कहते बार बार इस तरीके दे नाल जुग आई जाते हैं, क्यों डेवलपमेंट तरक्की हो जाती है। फिर जिहड़े लड़ भिड़ के फिर जिहड़ा है फिर वो सभ्यता खत्म हो जाती है, फिर वापस शुरू हो जाता है सतयुग तो। जुग जुग फेर वटाइयां ज्ञानी बूझे ताहें, सतयुग रथ संतोख का धर्म अगे रथवाह। सतयुग जिहड़ा हैगा 4 पैर है उहदे धर्म दे, कहते उहदे संतोख हुंदा है। जिहदे अंदर संतोख है साध संगत जी, बस जिहड़े अंदर संतोख है वो तो फिर धर्म दे उत्ते भगती दे उत्ते रहेगा। सहज सुखैनी भगती दे, सहज सुखैनी यात्रा हो जाएगी उहदी, क्योंकि उहदा जिहड़ा हैगा ड्राइवर रथवा वो धर्म आ। वो इंसान मेर शरीर च इंसान दे जामे च की धर्म है उहदा, सहज सुखैनी जिहड़े हैगे वो धार्मिक वो पार हो जाते सीगे, मुक्त हो जाते सीगे। त्रेते रथ जतै का जोर अगे रथवा हो। त्रेता आ गया, कहते त्रेते धर्म का एक पैर गया, कहते जत दा जोर पै गया। कहते जत कंट्रोल ऑफ सेंसिस, जोर ताकत दे नाल, जोर ड्राइवर हो गया। ताकत जेड़े ताकत है जित कोल उन्हें अपने सेंसिस ते कंट्रोल कर लेना है। वो जती हो जाएगा, अपनी इंद्रियां ते कंट्रोल कर लेगा। त्रेते दे विच द्वापर रथ तपेगा सत अगे रथवा हो। कहते द्वापर होर धर्म के 2 पैर चल गए, होर औखा समा आ गया। तप दा रथ, द्वापर रथ तपेगा सत अगे रथवा हो। तप करते सीगे, कहते क्यों तप करते सी, कहते सत चाहिदा सीगा, सच्चा आचरण चाहिदा सीगा, तां जिहड़े तप करते सी वो सच्चा आचरण दे नाल वो भी पास हो जाते सी। हुण कलयुगे रथ अगन का कूड़ अगे रथवा हो। कला दा कलयुग आ गया, हुण पूरा दा पूरा कला दा युग आ गया। धर्म दा इक्को पैर रह गया। हुण कहते इहदे विच तृष्णा दी अग बहुत वध गई। और झूठ, कहते झूठ ही रथवा हो गया। बस झूठ, मन पूरा दा पूरा झूठा हो गया। मन पूरा दा पूरा मैटर, पदार्थ, संसार, आकार, बस मन दे अगे आही हो गया। तमोगुणी वृत्ति ज़्यादा हो गई। नेरे दे विच सारे माया इकट्ठी करन ते ये आकार, पदार्थ, भोग इन्हां दे उत्ते रहणगे सारे। कलयुगे रथ अगन खा। सारे कहते सतयुग दे विच सारे दे सारे डिस्क्राइब किए महाराज ने। कलयुगे रथ अगन का कूड़ अगे रथवा हो। ड्राइवर कहते हैं मन पूरा का पूरा झूठा है। मन ते विश्वास नहीं करना संगत जी, मन ते विश्वास नहीं करना। कलयुग दे विच बिल्कुल मन ते विश्वास नहीं करना। हाँ जी जसपाल जी। ਵੀਰ ਜੀ ਮੈਂ ਇਹੀ ਕਿਤੇ ਮੈਂ ਕਥਾ ਕਰ ਰਿਹਾ ਸੀ, ਸ਼ਾਇਦ ਮੈਂ ਡਾਇਲਿਸਿਸ ਸੀ ਉਦੋਂ, ਕਿਤੇ ਹੋਈ ਸੀ ਵਿਚਾਰ ਮੇਰੀ, ਤੇ ਉਦੋਂ ਇਸ ਦੀ ਗੱਲ ਹੋਈ ਸੀਗੀ, ਤੇ ਮੈਂ ਨਾ ਇਹ ਵਿਚਾਰ ਕਰੀ ਸੀ, ਹੋ ਸਕਦਾ ਮੈਂ ਗਲਤ ਹੋਵਾਂ,
ਜਿਵੇਂ ਆਪਾਂ ਹੁਣ ਕਹਿ ਰਹੇ ਵੀ ਇਹ ਕਿਉਂਕਿ ਇੱਕ ਸਮੇਂ ਦੇ ਵਕਤ ਨੇ ਇਹ ਵੀ ਕਿਹਾ ਵੀ ਉਦੋਂ ਉਹਨਾਂ ਸਮਿਆਂ 'ਚ ਜਿਵੇਂ ਸਤਯੁਗ ਤੈ ਮਾਣਿਓ ਹਨਾ, ਹਾਂ ਉਹਦੇ 'ਚ ਆਉਂਦਾ ਤ੍ਰੇਤੇ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀ ਹਨਾ, ਉਹਨਾਂ ਦੇ ਇੱਕ ਨਾਂ ਦੱਸੇ ਸੀ ਨਾਲ। ਹਾਂ ਉਹ ਕਹਿੰਦੇ ਕਲਯੁਗ ਦਾ ਆ ਜਿਹੜਾ ਦੇਖੋ ਕਲਯੁਗ ਕਿੰਨਾ ਭੈੜਾ ਗਾ, ਕਿਵੇਂ ਇਸ ਤਰ੍ਹਾਂ। ਤੇ ਮੈਂ ਉਹਦਾ ਐਗਜ਼ਾਮਪਲ ਦਿੱਤੀ, ਮੈਂ ਕਿਹਾ ਵੀ ਜੀ ਹੋ ਸਕਦਾ ਵੀ ਮੈਂ ਉਸ ਤਲ ਤੇ ਨਾ ਜਿਹੜੇ ਵਿਚਾਰ ਹੋ ਰਹੀ ਬਹੁਤ ਵਧੀਆ ਹੋ ਰਹੀ ਸੀ, ਮੈਂ ਤਾਂ ਕਰਕੇ ਸੌਰੀ ਵਿੱਚੋਂ ਕੱਟਿਆ। ਪਰ ਮੈਂ ਉਦੋਂ ਇਹ ਦੇਖਿਆ, ਮੈਂ ਕਿਹਾ ਵੀ ਤੁਸੀਂ ਦੇਖੋ ਮੈਂ ਹਿਸਟਰੀ ਦੇ ਵਿੱਚ ਜੇ ਅੱਜ ਆਪਾਂ ਕਿਸੇ ਨੂੰ ਕਹੀਏ ਵੀ ਕਿਸੇ ਦੀ ਧੀ ਭੈਣ ਨੂੰ ਕਹੀਏ ਵੀ ਇੱਥੇ ਇੱਕ ਸਭਾ ਲੱਗੀ ਹੋਈ, ਲੋਕ ਇਕੱਠੇ ਹੋਣਗੇ, ਉਹਨੂੰ ਕਹਾਂ ਵੀ ਇੱਥੇ ਲਿਆਓ, ਉਹਨੂੰ ਇਹਦੇ ਕੱਪੜੇ ਉਤਾਰੋ, ਤੇ ਕਿੱਡੇ ਵੱਡੀ ਮਾੜੀ ਗੱਲ ਕਹਾਂਗੇ ਸੀ ਸਾਡਾ ਸਮਾਜ, ਅੱਜ ਦਾ ਸਮਾਜ। ਤੇ ਮੈਂ ਕਿਹਾ ਇਹ ਇੱਕ ਯੁੱਗ ਦੇ ਵਿੱਚ ਹੋਈ ਆ ਗੱਲ, ਸਭਾ ਭਰੀ ਹੋਈ ਸੀ ਤੇ ਸਭਾ ਦੇ ਵਿੱਚ ਮੈਂ ਦ੍ਰੋਪਦੀ ਨੂੰ ਲਿਆਂਦਾ ਗਿਆ ਤੇ ਉਹਨੂੰ ਕਿਹਾ ਇਹਦੇ ਵਸਤਰ ਉਤਾਰੇ ਜਾਣ। ਤੇ ਇਸ ਯੁੱਗ ਦੀ ਗੱਲ ਕਰਦੇ ਰਾਈਟ, ਦੁਆਪਰ ਦੇ ਵਿੱਚ ਕ੍ਰਿਸ਼ਨ ਮਰਾਰ। ਫਿਰ ਅਸੀਂ ਕਹਿੰਦੇ ਵੀ ਅੱਜ ਕਿਸੇ ਦੀ ਭੈਣ ਕੋਈ ਛੇੜ ਵੀ ਦਿੰਦਾ ਬੜੀ ਮਾੜੀ ਗੱਲ। ਤੇ ਮੈਂ ਕਿਹਾ ਵੀ ਉਹ ਕਹਿੰਦੇ ਵੀ ਰਾਵਣ ਜਿਹੜਾ ਸੀਗਾ ਉਹ ਸੀਤਾ ਨੂੰ ਲੈ ਗਿਆ, ਇਸ ਦੀ ਭੈਣ ਚੱਕ ਕੇ ਲੈਣਾ, ਅਪਹਰਨ ਕਰਨਾ ਜਾਂ ਕਿਡਨੈਪ ਕਰਨਾ ਹਨਾ। ਮੈਂ ਇਸ ਤੋਂ ਪਹਿਲੇ ਸਤਯੁਗ ਦੇ ਜਾ ਰਿਹਾ, ਮੈਂ ਕਿਹਾ ਇਹ ਵੀ ਉਦਾਹਰਨਾਂ ਮੈਂ ਸੁਣੀ ਜਾਂਦੇ ਬਈ ਬ੍ਰਹਮਾ ਦਾ ਜਾਂ ਸੌਰੀ ਕਈ ਹੋਰ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ, ਉਹਨਾਂ ਆਪਣੀ ਪੁੱਤਰੀ ਤੇ ਮੋਹਤ ਹੋ ਗਏ ਜਾਂ ਫਲਾਣੇ ਦਾ ਰਿਲੇਸ਼ਨਸ਼ਿਪ ਜਾਂ ਇਸ ਤਰ੍ਹਾਂ ਨਾ ਇਹਨਾਂ ਦੇ ਨਾਲ। ਫਿਰ ਮੈਂ ਕਿਹਾ ਯਾਰ ਇਹ ਗੱਲਾਂ ਸਾਰੀਆਂ ਤਾਂ ਹਰੇਕ ਯੁੱਗਾਂ 'ਚ ਵੀ ਹਾਂ ਵੀ ਉਹਨਾਂ ਯੁੱਗਾਂ ਦੇ ਵਿੱਚ ਵੀ ਹੋਈਆਂ ਨੇ, ਤੇ ਇਹਦਾ ਮਤਲਬ ਵੀ ਉਦੋਂ ਕਲਯੁਗ ਨਹੀਂ ਸੀਗਾ। ਤੇ ਕਹਿੰਦੇ ਵੀ ਇਹ ਬੜਾ ਮਾੜਾ ਹੋਇਆ। ਮੈਂ ਕਿਹਾ ਮੈਂ ਉਹ ਗੱਲ ਕਰ ਰਿਹਾ ਸੀ, ਮੈਂ ਕਿਹਾ ਜੇ ਉਲਟ ਇਹਦੇ ਉਲਟ ਲਵੋ, ਜੇ ਅਸੀਂ ਉਹਨੂੰ ਸਤਯੁਗ ਕਹਿੰਦੇ ਆ ਤੇ ਅੱਜ ਦੀ ਸਤਯੁਗ ਦੀ ਗੱਲ ਹੈ, ਜੇ ਉਹ ਦੁਆਪਰ ਕਹਿੰਦੇ ਅੱਜ ਵੀ ਦੁਆਪਰ ਦੀ ਗੱਲ ਹੈ। ਉਦੋਂ ਦਿੱਲੀ ਦੇ ਵਿੱਚ ਇੱਕ ਬੱਚੀ ਦੇ ਨਾਲ ਤੁਹਾਨੂੰ ਪਤਾ ਹੋਵੇ ਉਦੋਂ ਰੇਪ ਹੋਇਆ ਸੀਗਾ ਤੇ ਉਹ ਬੱਸ ਦੇ ਵਿੱਚ ਉਹਨੂੰ ਫਿਰ ਮਾਰ ਦਿੱਤਾ ਗਿਆ ਸਕੂਲ। ਉਦੋਂ ਮੈਂ ਡੈਲਸ ਸੀਗਾ। ਮੈਂ ਉਦੋਂ ਕਿਸੇ ਵੀ ਮੈਂ ਕਿਹਾ ਵੀ ਉਹ ਰਾਵਣ ਲੈ ਕੇ ਤਾਂ ਜ਼ਰੂਰ ਗਿਆ ਸੀ ਪਰ ਉਹਨੇ ਉਹਦੇ ਨਾਲ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਸੀ ਕੀਤਾ। ਪਰ ਤੁਸੀਂ ਅੱਜ ਦੇਖੋ ਵੀ ਅੱਜ ਕੀ ਕੁਛ ਹੋ ਰਿਹਾ ਕਿ ਮੈਂ ਅੱਜ ਦਿੱਲੀ ਦੇ ਵਿੱਚ ਅੱਡੀ ਵੱਡੀ ਘਟਨਾ ਵਾਪਰੀ, ਕੀ ਇਹ ਰਾਵਣ ਨੂੰ ਘੱਟ ਨੇ ਲੋਕ? ਅਸੀਂ ਸਮਾਂ ਜਿਹੜਾ ਹੈਗਾ ਸਮੇਂ ਦੇ ਤਲ ਤੇ ਵੀ ਯੁੱਗ ਵਰਤਦਾ, ਸਰੀਰ ਦੇ ਤਲ ਤੇ ਵੀ ਯੁੱਗ ਵਰਤਦਾ ਔਰ ਮਨ ਦੇ ਤਲ ਤੇ ਵੀ ਯੁੱਗ ਵਰਤਦਾ। ਜਿਵੇਂ ਮੰਨ ਲਓ ਇੱਕ ਆਹੀ ਹੁਣ ਆਪਾਂ ਸੰਗਤ 'ਚ ਬੈਠੇ ਆ, ਇਹਨੂੰ ਸਤਯੁਗ ਵੀ ਕਹਿ ਸਕਦੇ ਹਾਂ, ਦੁਆਪਰ ਵੀ ਕਹਿ ਸਕਦੇ ਹਾਂ ਰਾਈਟ। ਤੇ ਜੇ ਹੀ ਥੋੜਾ ਕੋਈ ਚੰਗੀਆਂ ਗੱਲਾਂ ਬੰਦਾ ਕਰਦਾ ਉਹਨੂੰ ਆਪਾਂ ਤ੍ਰੇਤੇ ਰੂਪ ਆਦਿ ਗੱਲਾਂ ਚ ਲੈ ਸਕਦੇ। ਪਰ ਜੇ ਇਹੀ ਬੰਦਾ ਮਾੜੇ ਕਰਮਾਂ ਦੀ ਸੋਚ ਰਿਹਾ, ਮਾੜੇ ਕਰਮ ਕਰ ਰਿਹਾ, ਉਹੀ ਮਨ ਕੀ ਹੋ ਰਿਹਾਗਾ, ਉਹੀ ਮਨ ਕਲਯੁਗ ਚ ਵਰਤ ਰਿਹਾਗਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਇਹੀ ਸਰੀਰ ਸੰਗਤ ਚ ਬੈਠਾ, ਇਹੀ ਸਰੀਰ ਕੋਈ ਚੰਗਾ ਕੰਮ ਕਰ ਰਿਹਾ, ਸੇਵਾ ਕਰ ਰਿਹਾ ਮਾਪਿਆਂ ਦੀ, ਇਹੀ ਸਰੀਰ ਕੋਈ ਮਾੜਾ ਕਰਮ ਕਰ ਰਿਹਾ ਜਾਂ ਕਿਤੇ ਜਾ ਕੇ ਕਿਸੇ ਦੀ ਚੋਰੀ ਠੱਗੀ ਕਰ ਰਿਹਾ, ਕਿਸੇ ਦਾ ਧੋਖਾ ਕਰ ਰਿਹਾ, ਤਾਂ ਕਲਯੁਗ ਚ ਵਰਤ ਰਿਹਾ। ਸਰੀਰ ਹੋਈ ਬਾਡੀ। ਇਸੇ ਤਰ੍ਹਾਂ ਟਾਈਮ ਜਿਵੇਂ ਆਪਾਂ ਕਹਿੰਦੇ ਵੀ ਟਾਈਮ ਵਕਤ ਹੀ ਮਾੜਾ ਹੁੰਦਾਗਾ, ਉਹ ਕਿਸੇ ਯੁੱਗ ਨਹੀਂ ਹੋ ਸਕਦਾ। ਮੈਨੂੰ ਲੱਗੇ ਸੀ ਇਸ ਤਰ੍ਹਾਂ, ਤਾਂ ਸੌਰੀ ਵਿੱਚੋਂ ਕੱਟਿਆ ਵੀ। ਨਹੀਂ ਠੀਕ ਹੈ, ਬਿਲਕੁਲ ਠੀਕ ਹੈ। ਔਰ ਕਲਯੁਗ ਤਾਂ ਮਹਾਰਾਜ ਕਹਿੰਦੇ ਸਭ ਤੋਂ ਵਧੀਆ ਹੈਗਾ ਕਲਯੁਗ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜਿਆ ਕਿਸੇ ਥਾਂ। ਕਲਯੁਗ ਤਾਂ ਕਹਿੰਦੇ ਅੱਗੇ ਹੁਣ ਦੇਖੋ ਮਹਾਰਾਜ ਕੀ ਗਿਆਨ ਦੇ ਰਹੇ। ਮਹੱਲਾ ਪਹਿਲਾ, ਸਾਮ ਕਹੈ ਸਿਤੰਬਰ ਸੁਆਮੀ, ਸੱਚ ਮੈਂ ਆਛਾ ਸਾਚੇ ਰਹਿ। ਕਹਿੰਦੇ ਭਾਈ ਸਾਮ ਵੇਦ, ਹੁਣ ਚਾਰ ਵੇਦ ਸੀਗੇ ਜਿਹੜੇ ਉਹਨਾਂ ਦੇ ਬਾਰੇ ਗਿਆਨ ਦੇ ਰਹੇ ਮਹਾਰਾਜ। ਕਹਿੰਦੇ ਸਾਮ ਵੇਦ ਕਹਿੰਦੇ ਆ ਕਿ ਪਰਮਾਤਮਾ ਸਿਤੰਬਰ ਕਹਿੰਦੇ ਆ ਕਿ ਪਵਿੱਤਰ, ਸੇਤ ਮਤਲਬ ਚਿੱਟਾ। ਪਰਮਾਤਮਾ ਜਿਹੜਾ ਹੈਗਾ ਉਹਦੇ 'ਚ ਕੋਈ ਕਾਲਕ ਨਹੀਂ ਹੈਗੀ, ਉਹ ਸਵਾਮੀ ਦੇ ਵਿੱਚ। ਸੱਚ ਮੈਂ ਆਛਾ ਸੋ ਸਾਚ ਰਹੇ, ਜਿਹੜਾ ਵੀ ਸੱਚ ਦੇ ਵਿੱਚ ਰਹੇਗਾ ਤੇ ਉਹ ਵੀ ਪਵਿੱਤਰ ਹੋ ਜਾਏਗਾ। ਸਭ ਕੋ ਸੱਚੇ ਸਮਾਵੈ, ਸਭ ਕੋ ਸੱਚੇ ਸਮਾਵੈ, ਸਾਰੇ ਜਿਹੜੇ ਹੈਗੇ ਸੱਚ ਦੇ ਵਿੱਚ ਸਮਾ ਸਕਦੇ ਆ। ਜਿਹੜੇ ਪਰਮਾਤਮਾ ਨੂੰ ਪਵਿੱਤਰ ਮੰਨਦੇ ਆ, ਆਤਮਾ ਨੂੰ ਪਵਿੱਤਰ ਮੰਨਦੇ ਆ, ਜਿਹੜੇ ਸੱਚ ਦੇ ਵਿੱਚ ਰਹਿਣਗੇ ਤੇ ਸੱਚ ਦੇ ਵਿੱਚ ਉਸ ਸੱਚ ਦੇ ਵਿੱਚ ਸਮਾ ਜਾਣਗੇ। ਸਭ ਕੋ ਸੱਚੇ ਸਮਾਵੈ, ਰਿਗ ਕਹੈ ਰਹਾ ਭਰਪੂਰ। ਰਿਗ ਕਹਿ ਰਿਹਾ ਕਿ ਉਹ ਪਰਮਾਤਮਾ ਇਹ ਸ੍ਰਿਸ਼ਟੀ ਦੇ ਅੰਦਰ, ਸਾਰਿਆਂ ਦੇ ਅੰਦਰ ਉਹ ਮਾਲਕ ਪਰਮਾਤਮਾ ਭਰਪੂਰ ਹੈਗਾ। ਰਾਮ ਨਾਮ ਦੇਵਾ ਮੈਂ ਸੂਰ। ਕਹਿੰਦੇ ਫਿਰ ਇੱਥੇ ਜਿਹੜਾ ਹੈ ਕਹਿੰਦੇ ਕਿ ਉਸ ਰਾਮ ਦਾ ਨਾਮ, ਕਿਹੜੇ ਰਾਮ ਦਾ ਨਾਮ? ਰਾਮਚੰਦਰ,
ਕਹਿੰਦੇ ਰਾਮ ਨਾਮ ਦੇਵਾ ਮੈਂ ਸੂਰ। ਕਹਿੰਦੇ ਆਹੀ ਇੱਕ ਸੂਰਜ ਹੈਗਾ ਭਾਈ ਰਾਮ ਦਾ ਨਾਮ। ਜੇ ਨਿਕਲਣਾ ਹੈ ਤੇ ਰਾਮਚੰਦਰ ਦਾ ਨਾਮ ਲੈਣਾ ਪਊਗਾ, ਸੀਤਾ ਰਾਮ ਕਹਿਣਾ ਪਊਗਾ। ਰਾਮ ਨਾਮ ਦੇਵਾ ਮੈਂ ਸੂਰ, ਨਾਇ ਲੈ ਪਰਾਛਤ ਜਾਏ, ਨਾਨਕ ਥੋ ਮੁਖ ਅੰਤਰ ਪਾਏ। ਕਹਿੰਦੇ ਉਹਦਾ ਨਾਮ ਲੈਣ ਦੇ ਨਾਲ ਪਰਾਛਤ ਕਹਿੰਦੇ ਆ ਪਾਪ ਚਲੇ ਜਾਂਦੇ ਆ ਔਰ ਮੁਕਤ ਹੋ ਜਾਂਦਾ ਇਨਸਾਨ। ਨਾਨਕ ਤੋਂ ਮੁਖ ਅੰਤਰ ਪਾਹੇ, ਤਾਂ ਮੁਕਤੀ ਪਾ ਸਕਦਾ ਹੈ। ਇਹ ਹੈਗਾ ਰਿਗਵੇਦ ਦਾ ਗਿਆਨ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਬਹਿਆ। ਜੁਜਰਵੇਦ ਆ ਗਿਆ। ਜੁਜਰਵੇਦ ਕਹਿੰਦਾ ਹੈ ਕਿ ਉਹ ਦੁਆਪਰ ਦੇ ਵਿੱਚ ਕ੍ਰਿਸ਼ਨ ਜਿਹੜੇ ਹੈਗੇ ਕਾਨ ਕ੍ਰਿਸ਼ਨ ਉਹ ਪੈਦਾ ਹੋਏ ਤੇ ਕਹਿੰਦੇ ਉਹਨਾਂ ਦੀ ਰਾਧੇ ਕ੍ਰਿਸ਼ਨਾ ਉਹਨਾਂ ਦੀ ਭਗਤੀ ਕਰਨੀ ਪਊਗੀ। ਉਸ ਕ੍ਰਿਸ਼ਨ ਦੀ ਜਿਨ੍ਹਾਂ ਨੇ ਚੰਦਰਾਵਲ ਜਿਹੜੀ ਹੈਗੀ ਆ ਉਹ ਗੋਪੀ ਉਹਨੂੰ ਛਲ ਕੇ ਲੈ ਆਂਦਾ ਸੀਗਾ। ਔਰ ਕ੍ਰਿਸ਼ਨ ਜਿਹੜੇ ਜਾਦਵ ਵੰਸ਼ ਸੀਗੇ, ਜਾਦਮ ਭਇਆ, ਪਾਰਜਾਤ ਗੋਪੀ ਲੈ ਆਇਆ ਔਰ ਆਪਣੀ ਇੱਕ ਗੋਪੀ ਦੇ ਵਾਸਤੇ ਉਹ ਜਿਹੜਾ ਇੰਦਰ ਦੇਵਤਾ ਸੀਗਾ ਉਹਦੇ ਬਾਗ ਤੋਂ ਉਹ ਪਾਰਜਾਤ ਦਰਖਤੀ ਪੁੱਟ ਕੇ ਲੈ ਆਇਆ ਸੀ ਗੋਪੀ ਨੂੰ ਖੁਸ਼ ਕਰਨ ਵਾਸਤੇ। ਪਾਰਜਾਤ ਜਿਹੜਾ ਹੈਗਾ ਇੱਕ ਰੁੱਖ ਹੈ ਜਿਹਦੇ ਕੋਲੋਂ ਜੋ ਮਰਜ਼ੀ ਮੰਗ ਕਰੋ ਤੇ ਉਹ ਦੇ ਦਿੰਦਾ ਹੈ। ਪਾਰਜਾਤ ਗੋਪੀ ਲੈ ਆਇਆ, ਕੀ ਲੈ ਪਾਰਜਾਤ ਲੈ ਆਇਆ ਗੋਪੀ ਦੇ ਵਾਸਤੇ। ਬਿੰਦਰਾਬਨ ਮੈਂ ਰੰਗ ਕੀਆ, ਉਹਨੇ ਬਿੰਦਰਾਬਨ ਦੇ ਵਿੱਚ ਜਿਹੜੀ ਹੈ ਇਹ ਸਾਰੀ ਲੀਲਾ ਕੀਤੀ। ਇਹ ਹੋ ਗਿਆ ਜੁਜਰਵੇਦ ਕ੍ਰਿਸ਼ਨ ਜੀ ਦੇ ਬਾਰੇ ਗਿਆਨ ਦਿੰਦਾ ਹੈ। ਕਲ ਮੈਂ ਵੇਦ ਅਥਰਵਣ ਹੁਆ। ਕਹਿੰਦੇ ਕਲਯੁਗ ਦੇ ਵਿੱਚ ਕੀ ਹੋ ਗਿਆ? ਅਥਰਵਣ ਵੇਦ ਆ ਗਿਆ ਕਲਯੁਗ ਦੇ ਵਿੱਚ। ਕਲਯੁਗ ਦੇ ਵਿੱਚ ਕਹਿੰਦੇ ਕੀ ਹੋਇਆ ਕਿ ਨਾਉ ਖੁਦਾਈ ਅਲਹੋ ਪਿਆ, ਮੁਸਲਮਾਨੀ ਰਾਜ ਹੋ ਗਿਆ, ਮੁਸਲਮਾਨੀ ਕਾਨੂੰਨ ਹੋ ਗਏ। ਸ਼ਰੀਅਤ ਮੁਸਲਮਾਨਾਂ ਦਾ ਸਾਰਾ ਜਿਹੜਾ ਹੈ ਤੇ ਪਹਿਲੇ ਹਿੰਦੂ ਸੀਗੇ, ਹਿੰਦੂਆਂ ਦੇ ਉੱਪਰ ਸਾਰੇ ਦੱਸ ਦਿੱਤੇ ਰਾਮ ਔਰ ਕ੍ਰਿਸ਼ਨ ਇਹਨਾਂ ਦੀ ਭਗਤੀ ਕਰਦੇ ਸੀਗੇ। ਔਰ ਜਿਹੜਾ ਹੈਗਾ ਕੱਲ ਦੇ ਵਿੱਚ ਕਹਿੰਦੇ ਆ ਨਾਉ ਖੁਦਾਈ ਅਲੋ ਪਿਆ। ਖੁਦਾ ਦਾ ਨਾਮ ਕੀ ਹੋ ਗਿਆ? ਅੱਲਾ ਹੋ ਗਿਆ, ਖੁਦਾ ਹੋ ਗਿਆ। ਨਾਉ ਪਰਮਾਤਮਾ ਦਾ ਨਾਮ, ਉਸੇ ਦਾ ਰਾਮ ਕਹਿੰਦੇ ਸੀ, ਉਸੇ ਨੂੰ ਕ੍ਰਿਸ਼ਨ ਕਹਿੰਦੇ ਸੀਗੇ। ਹੁਣ ਕਹਿੰਦੇ ਆ ਉਹਨੂੰ ਖੁਦਾ ਕਹਿਣ ਲੱਗ ਗਏ, ਅੱਲਾ ਕਹਿਣ ਲੱਗ ਗਏ। नील वस्त्र ले कपड़े पहरे, तुर्क पठानी अमल किया। ਔਰ ਮੁਸਲਮਾਨਾਂ ਦੀ ਡਰੈਸ ਕੋਡ ਸੀਗਾ ਨੀਲੇ ਕੱਪੜੇ। ਕਹਿੰਦੇ ਕੋਈ ਨੀਲਾ ਨਹੀਂ ਪਾ ਸਕਦਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਮੇਰੇ ਜਿਹੜੇ ਖਾਲਸਾ ਹੈਗਾ ਉਹ ਨੀਲੇ ਹੀ ਪਾਊਗਾ। ਕਹਿੰਦੇ ਕੋਈ ਘੋੜੇ ਤੇ ਨਹੀਂ, ਕਿਹੜਾ ਮੇਰਾ ਖਾਲਸਾ ਘੋੜੇ ਤੇ ਹੀ ਚੜੂਗਾ। ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਤੁਰਕ ਔਰ ਪਠਾਨ ਮੁਸਲਮਾਨ ਜਿਹੜੇ ਸੀਗੇ ਉਹਨਾਂ ਦੇ ਕਾਨੂੰਨ ਚੱਲਣ ਲੱਗ ਪਏ, ਅਮਲ ਕਾਨੂੰਨ ਬਣ ਗਿਆ ਸਾਰਾ ਦਾ ਸਾਰਾ। ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਕੁਣਹਿ ਤਿਨਹਿ ਚਾਰ ਵਿਚਾਰ। ਕਹਿੰਦੇ ਚਾਰੋਂ ਹੀ ਵੇਦ ਕਹਿੰਦੇ ਆ ਸਚਿਆਰ ਹੈਗੇ ਆ। ਇਹਨਾਂ ਦੇ ਅਨੁਸਾਰ ਜਿਹੜਾ ਚੱਲੂਗਾ, ਜਿਹੜਾ ਇਹਨਾਂ ਨੂੰ ਪੜੂਗਾ ਔਰ ਗੁਣ ਲਊਗਾ ਇਹਨਾਂ ਤੋਂ, ਆਪਣੇ ਆਚਰਣ ਨੂੰ ਸ਼ੁੱਧ ਕਰੇਗਾ। ਜਿਹੜਾ ਵਿਚਾਰੂਗਾ ਇਹਨਾਂ ਨੂੰ, ਆਪਣੇ ਆਚਰਣ ਨੂੰ ਸ਼ੁੱਧ ਕਰੇਗਾ, ਤਾਂ ਚਾਰੋਂ ਵੇਦ ਸਚਿਆਰ ਹੋ ਜਾਣਗੇ। ਇਹਨਾਂ ਦੇ ਅਨੁਸਾਰ ਵੀ ਭਗਤੀ ਕਰ ਸਕਦਾ ਹੈ। ਆਖਰੀ ਦੇ ਵਿੱਚ ਗਿਆਨ ਦੇ ਰਹੇ ਆ, ਪਾਓ ਭਗਤ ਕਰੇ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਮੁਖ ਦੀ ਗੱਲ ਹੈਗੀ, ਕਹਿੰਦੇ ਕਿਹੜੇ ਮਰਜੀ ਯੁੱਗ ਦੇ ਵਿੱਚ ਹੋਏ, ਕਿਹੜਾ ਮਰਜੀ ਗਿਆਨ ਜਿਹੜਾ ਲੈ ਰਿਹਾ ਆ, ਜੇ ਭਗਤੀ ਕਰੇਗਾ ਪਰਮਾਤਮਾ ਦੀ ਭਾਵਨਾ ਦੇ ਨਾਲ, ਪਿਆਰ ਦੇ ਨਾਲ, ਔਰ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਰੱਖੇਗਾ, ਆਪਣੇ ਆਪ ਨੂੰ ਨੀਵਾਂ ਰੱਖੇਗਾ। ਭਗਤੀ ਦੀ ਜਿਹੜੀ ਇਹਦੇ ਅੰਦਰ ਹਉਮੈ ਨਹੀਂ ਚੜ੍ਹਨੀ ਚਾਹੀਦੀ। ਇਹ ਭਗਤੀ ਹੀ ਹਉਮੈ, ਭਗਤੀ ਹੀ ਰੁਕਾਵਟ ਬਣ ਜਾਂਦੀ ਆ ਜੇ ਨੀਚ ਨਾ ਸਦਾਵਾਂਗੇ ਤੇ, ਕਿਉਂਕਿ ਹਾਲੇ ਯਾਤਰਾ ਨਹੀਂ ਹੈ। ਜੇ ਨੀਚ ਨਹੀਂ ਹੈਗੇ ਆਪਾਂ ਤੇ ਮੁਕਤ ਹੋਣੇ ਚਾਹੀਦੇ ਆ। ਜੇ ਮੁਕਤ ਨਹੀਂ ਹੈਗੇ ਤੇ ਆਪਾਂ ਨੀਚ ਹੈਗੇ ਆ।
ਭਾਉ ਭਗਤ ਕਰ ਨੀਚ ਸਦਾਏ। ਨੀਚ ਸਦਾਉਣਾ ਕੋਈ ਇਹ ਥੋੜੀ ਨਾ ਵੀ ਜ਼ਬਰਦਸਤੀ ਜਿਹੜਾ ਹੈਗਾ ਮੈਂ ਨੀਚਤਾ ਹੈ ਨਹੀਂ ਤੇ ਮੈਂ ਨੀਚ ਸਦਾ ਰਿਹਾ। ਨਹੀਂ ਨਹੀਂ ਨਹੀਂ, ਨੀਚਤਾ ਹੈਗੀ। ਜੇ ਨੀਚਤਾ ਨਹੀਂ ਹੈਗੀ ਤੇ ਫਿਰ ਪਾਸ ਹੋਣਾ ਚਾਹੀਦਾ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਐਕਸੈਪਟ ਕਰੇ ਆਪਣੇ ਆਪ ਨੂੰ। ਆਪਾਂ ਕੀ ਹੈਗੇ ਆ। ਔਰ ਭਗਤੀ ਦੀ ਹਉਮੈ ਨਹੀਂ ਆਉਣੀ ਚਾਹੀਦੀ। ਭਾਉ ਭਗਤ ਕਰੇ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਤਾਂ ਮੁਕਤੀ ਪਾ ਸਕਦਾ ਹੈ, ਤਾਂ ਮੁਕਤੀ ਪਾ ਸਕਦਾ ਹੈ। ਪੌੜੀ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲੈ ਖਸਮ ਸੰਭਾਲਿਆ। ਦੇਖੋ ਫਿਰ ਆ ਗਏ ਵਾਪਸ ਗੁਰੂ ਦੇ ਉੱਤੇ, ਗਿਆਨ ਦੇ ਉੱਤੇ, ਗਾਈਡ ਦੇ ਉੱਤੇ। ਕਹਿੰਦੇ ਮੈਂ ਤਾਂ ਕੁਰਬਾਨ ਹਾਂ, ਮੈਂ ਤਾਂ ਕੁਰਬਾਨ ਹਾਂ ਆਪਣੇ ਆਪ ਨੂੰ ਸਤਿਗੁਰੂ ਦੇ ਅੱਗੇ। ਮੈਂ ਤਾਂ ਬਲ ਹਾਰ ਦਿੱਤਾ, ਮੈਂ ਵਾਰ ਦਿੱਤਾ ਆਪਣੇ ਮਨ ਨੂੰ ਔਰ ਆਪਣੇ ਦਿਮਾਗ ਨੂੰ, ਸਿਰ ਨੂੰ ਵੇਚ ਦਿੱਤਾ, ਦੇ ਦਿੱਤਾ, ਬਣਾ ਕੇ ਪੀੜਾ ਮੋਢਾ ਦੇਤਾ ਗੁਰੂ ਨੂੰ ਬਿਠਾਉਣ ਵਾਸਤੇ। ਸਤਿਗੁਰੂ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਉਹਨੂੰ ਮਿਲਣ ਦੇ ਨਾਲ ਹੀ ਮੈਨੂੰ ਪਤਾ ਲੱਗਿਆ ਖਸਮ ਮੇਰੇ ਅੰਦਰ ਆ, ਤਾਂ ਮੈਂ ਉਹਨੂੰ ਸੰਭਾਲਣਾ, ਉਹਦੀ ਸੇਵਾ ਕਰਨੀ ਸ਼ੁਰੂ ਕਰਤੀ। ਜਿਨੇ ਕਰੇ ਉਪਦੇਸ਼ ਗਿਆਨ ਅੰਜਨ ਦਿਆ, ਇਨਹੀ ਨੇਤਰੀ ਜਗਤ ਨਿਹਾਲਿਆ। ਕਮਾਲ ਕਰਤੀ। ਮੇਰੀਆਂ ਅੱਖਾਂ ਤਾਂ ਬਿਲਕੁਲ ਜਿਹੜੀਆਂ ਹੈਗੀਆਂ ਅੰਨੀਆਂ ਸੀਗੀਆਂ। ਮੈਨੂੰ ਸੁਰਮਾ ਪਾਇਆ ਉਹਨੇ, ਗਿਆਨ ਦਾ ਸੁਰਮਾ ਪਾ ਦਿੱਤਾ, ਮੈਨੂੰ ਉਪਦੇਸ਼ ਦਿੱਤਾ। ਉਪਦੇਸ਼ ਦਾ ਸੁਰਮਾ ਹੈ ਗਿਆਨ। ਜਿਨੇ ਕਰੇ ਉਪਦੇਸ਼ ਗਿਆਨ ਅੰਜਨ ਦਿਆ, ਉਪਦੇਸ਼ ਕਰਕੇ ਗਿਆਨ ਦਾ ਸੁਰਮਾ ਪਾਤਾ ਉਹਨੇ ਕਿ ਮਾਲਕ ਤੇਰੇ ਅੰਦਰ ਆ, ਸਾਰਿਆਂ ਦੇ ਅੰਦਰ ਆ। ਮਨੁੱਖੀ ਜੂਨ ਸਭ ਤੋਂ ਸਿਖਰਲੀ ਜੂਨ ਹੈਗੀ ਆ, ਇਹਦੇ ਵਿੱਚ ਪਾਸ ਹੋ ਸਕਦਾ ਆ। ਔਰ ਭਗਤੀ ਕਰਕੇ ਪਾਸ ਹੋਏਗਾ, ਪ੍ਰੇਮਾ ਭਗਤੀ ਕਰਕੇ ਪਾਸ ਹੋਏਗਾ, ਆਪਣੇ ਆਪ ਨੂੰ ਨੀਵਾਂ ਰੱਖ ਕੇ ਪਾਸ ਹੋਏਗਾ। ਜਿਨੇ ਕਰੇ ਉਪਦੇਸ਼ ਗਿਆਨ ਅੰਜਨ ਦਿਆ, ਇਨੀ ਨੇਤਰੀ ਜਗਤ ਨਿਹਾਲਿਆ। ਹੁਣ ਫਿਰ ਮੈਂ ਗੁਰੂ ਦਾ ਸੁਰਮਾ ਪਾ ਕੇ ਮੈਨੂੰ ਸੰਸਾਰ ਦੇ ਵਿੱਚ ਦੇਖਿਆ ਤੇ ਇਹਦੇ ਵਿੱਚ ਕੋਈ ਮੈਨੂੰ ਮਾੜਾ ਹੀ ਨਹੀਂ ਨਜ਼ਰ ਆਉਂਦਾ, ਕੋਈ ਮੈਨੂੰ ਦੂਜਾ ਹੀ ਨਹੀਂ ਨਜ਼ਰ ਆਉਂਦਾ। ਸਾਰੇ ਪਰਮਾਤਮਾ ਦਾ ਰੂਪ ਹੈਗੇ, ਸਾਰੇ ਆਪੋ ਆਪਣੀ ਯਾਤਰਾ ਦੇ ਉੱਤੇ ਹੈਗੇ, ਸਾਰੇ ਦੁਖੀ ਹੈਗੇ, ਦੁੱਖ ਸੁੱਖ ਸਾਰਿਆਂ ਦੇ ਹੈਗੇ। ਜਿਨੇ ਕਰੇ ਉਪਦੇਸ਼ ਗਿਆਨ ਅੰਜਨ ਦਿਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਦੇਖੋ ਜਿਹੜੇ ਉਸ ਮਾਲਕ ਨੂੰ, ਆਤਮਾ ਨੂੰ, ਸੱਚ ਨੂੰ ਛੱਡ ਕੇ ਝੂਠਦੇ, ਦੂਜੇ ਕਿੱਥੇ ਲੱਗਣਗੇ? ਝੂਠ ਦੇ ਵਿੱਚ ਲੱਗਣਗੇ, ਆਕਾਰ ਦੇ ਵਿੱਚ ਲੱਗਣਗੇ। ਕਹਿੰਦੇ ਉਹ ਬਣ ਜਾ ਰਹੇ, ਉਹ ਜਿਹੜੇ ਯਾਤਰੂ, ਉਹ ਯਾਤਰੂ ਡੁੱਬ ਜਾਣਗੇ, ਉਹ ਯਾਤਰੂ ਡੁੱਬ ਜਾਣਗੇ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਖਸਮ ਨੂੰ ਫੜਨਾ ਇਹੀ ਜਹਾਜ਼ ਹੈ, ਇਹੀ ਨਾਮ ਦਾ ਜਹਾਜ਼ ਹੈ। ਖਸਮ ਕੀ? ਆਤਮਾ। ਆਤਮਾ ਨੂੰ ਛੱਡ ਦਿੱਤਾ, ਪਰਮਾਤਮਾ ਨੂੰ ਛੱਡ ਦਿੱਤਾ ਤੇ ਫਿਰ ਤਾਂ ਆਪਾਂ ਬਾਕੀ ਕੀ ਰਹਿ ਗਿਆ? ਬਾਕੀ ਤਾਂ ਫਿਰ ਮਾਇਆ ਰਹਿ ਗਈ। ਸਾਧ ਸੰਗਤ ਜੀ, ਮਾਇਆ ਤਾਂ ਫਿਰ ਡੁੱਬੇ ਡੁਬਾਏ ਹੈ। ਡੁੱਬੇ ਹੀ ਆਏ ਸੀਗੇ, ਹੁਣ ਡੁੱਬੇ ਨਿਕਲ ਜਾਵਾਂਗੇ ਗਾਹਾਂ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਸਤਿਗੁਰੂ ਹੈ ਬੋਹਿ ਥਾ, ਵਿਰਲਾ ਕਿਨੇ ਵਿਚਾਰਿਆ। ਉਹ ਇਹ ਸਤਿਗੁਰੂ ਹੀ ਜਹਾਜ਼ ਹੈਗਾ, ਗਿਆਨ ਗੁਰੂ ਦਾ ਜਿਹੜਾ ਹੈਗਾ ਇਹੀ ਜਹਾਜ਼ ਹੈ। ਇਹ ਸੁਰਮਾ ਹੀ ਹੈ, ਇਹ ਸੁਰਮਾ ਹੀ ਹੈ। ਇਹ ਨਹੀਂ ਅੱਖਾਂ ਖੋਲਣੀਆਂ ਹੈ। ਕੋਈ ਟਾਵਾਂ 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 ਇਸ ਗੱਲ ਨੂੰ ਵਿਚਾਰਦਾ ਹੈ। ਆ ਬਚਨ ਆ ਦੇਖੋ ਗੁਰੂ ਦੇ ਜਿਹੜੇ ਆਪਾਂ ਲੈ ਰਹੇ ਹਾਂ ਭਾਈ, ਇਹੀ ਜਹਾਜ਼ ਹੈਗਾ। ਜੇ ਇਹ ਬਚਨਾਂ ਨੂੰ ਆਪਾਂ ਕਮਾ ਲਵਾਂਗੇ, ਜੇ ਜਹਾਜ਼ ਤੇ ਬੈਠ ਜਾਵਾਂਗੇ, ਮਤਲਬ ਇਹ ਬਚਨ ਆਪਣੇ ਜੀਵਨ ਦਾ ਹਿੱਸਾ ਬਣਾ ਲਵਾਂਗੇ ਤੇ ਜਹਾਜ਼ ਤੇ ਬੈਠ ਗਏ, ਨਹੀਂ ਤਾਂ ਭਾਈ ਉਸੇ ਤਰ੍ਹਾਂ ਗੋਤੇ ਖਾਂਦੇ ਰਵਾਂਗੇ। ਸਤਿਗੁਰੂ ਹੈ ਬੋਹਿ ਥਾ, ਵਿਰਲਾ, ਪਰ ਕਹਿੰਦੇ ਕੋਈ ਵਿਰਲਾ ਹੀ ਵਿਚਾਰਦਾ ਹੈ। ਵਿਰਲਾ ਕਿਨਹਿ ਵਿਚਾਰਿਆ, ਕਿਨਹਿ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਜਿਹਨੇ ਵਿਚਾਰਿਆ ਆ ਉਸ ਤੇ ਕਿਰਪਾ ਹੋ ਗਈ, ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਲੈ ਗਿਆ। ਹਾਂਜੀ ਜਸਪਾਲ ਜੀ। ਬਸ ਇੱਥੇ ਸੰਕੋਚ ਦੇ। ਹਾਂਜੀ ਮੈਂ ਉਹ ਗੱਲ ਕਰ ਰਿਹਾ ਸੀ ਪਹਿਲਾਂ ਵੀ, ਨਾਨਕ ਮੇਰ ਸਰੀਰ ਕਾ, ਮੈਨੂੰ ਮਤਲਬ ਇਹੀ ਲੱਗ ਰਿਹਾ ਸੀ ਵੀ ਜਿਹੜਾ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਸਰੀਰ ਹੈ ਨਾ, ਇਹ ਇੱਕ ਰੱਥ ਹੈ, ਇਹਦੇ ਤੇ ਇੱਕ ਰਥਵਾਓ। ਚਾਹੇ ਤੁਸੀਂ ਸਤਿਯੁਗ ਦਾ ਬਿਠਾ ਦਿਓ, ਚਾਹੇ ਕ੍ਰੋਧ ਦਾ। ਜਿਵੇਂ ਕਹਿੰਦੇ ਕਲਯੁਗ ਰੱਥ ਬੈਠੇ ਨਾ,
ਅਗਨ ਕਾ ਕਲਯੁਗ ਰਥ ਅਗਨ ਕਾ, ਹਾਂ ਅੱਗ ਦਾ ਮਤਲਬ ਕ੍ਰਿਸ਼ਨ। ਕ੍ਰੋਧ ਦਾ ਕਹਿ ਲਓ। ਹਾਂ ਹਾਂਜੀ, ਜਾਂ ਫਿਰ ਕਿਸੇ ਦੀ ਜੱਤ ਦਾ ਬੈਠਿਆ ਸੀ, ਕਦੇ ਸੱਤ ਦਾ ਬੈਠਿਆ ਸੀ ਹਨਾ। ਸਰੀਰ ਇੱਕੋ ਹੀ ਹੈਗਾ, ਸਰੀਰ ਦੀ ਸਾਰਾ ਸਰੀਰ ਆਕਾਰ ਕਹਿ ਲਓ ਜਿਹਨੂੰ ਆਪਾਂ ਆਕਾਰ ਕਹਿੰਦੇ ਆ, ਚਾਹੇ ਉਹ ਕਿਸੇ ਯੁੱਗ ਬਾਹਰ ਹੀ ਕਿਸੇ ਯੁੱਗ ਚ ਹੋਵੇ, ਪਰ ਜਿਹੜੇ ਜਦੋਂ ਮੰਨ ਲਓ ਐ ਕਹਿ ਲਓ ਵੀ ਮੈਂ ਮੇਰਾ ਸਰੀਰ ਆ, ਇਹ ਮੇਰਾ ਸਰੀਰ ਜਿਹੜਾ ਇਹ ਇੱਕ ਰੱਥ ਆ, ਇਹਦੇ ਤੇ ਕੀ ਹੋ ਗਿਆ ਹੁਣ ਮੇਰੇ ਅੰਦਰ ਮੈਂ ਕ੍ਰੋਧ ਚ ਤੜਫ ਰਿਹਾ, ਤੇ ਇਹਦਾ ਮਤਲਬ ਮੇਰੇ ਹੁਣ ਸਰੀਰ ਦੇ ਜਿਹੜਾ ਰੱਥ ਨੂੰ ਚਲਾਉਣ ਵਾਲਾ ਨਾ ਉਹ ਅੱਗ ਦਾ ਉਹ ਬੈਠਾ ਮੂਰੇ ਦੇ। ਹਾਂ ਰਥਵਾ ਜਿਹੜਾ ਹੈਗਾ ਗੜਬੜ ਕਰ ਰਿਹਾ ਹੈ। ਹਾਂ ਮਤਲਬ ਸਰੀਰ ਹੀ ਹੈ। ਹੁਣ ਇਹੀ ਸਰੀਰ ਨੂੰ ਕਹਿੰਦੇ ਗੁਰਦੁਆਰੇ ਲੈ ਜਾਓ ਜੀ, ਸੰਗਤ ਚ ਬੈਠੋ, ਕੋਈ ਰੱਬ ਦਾ ਨਾਂ ਸੁਣੋ। ਹੁਣ ਉਹ ਚੰਗ ਸੱਤ ਦੇ ਵਿੱਚ ਜਾ ਰਹੇ, ਜਿਹੜੇ ਸੱਤ ਦੀ ਗੱਲ ਸੁਣਨ ਵਾਸਤੇ ਤਿਆਰ ਆ, ਸੱਤ ਨਾਲ ਜੁੜਨ ਦੀ ਗੱਲ ਕਰ ਰਿਹਾ। ਜਦੋਂ ਇਹੀ ਕਹਿੰਦਾ ਵੀ ਕੋਈ ਚੰਗੇ ਕੰਮ ਕਰ ਲਓ, ਕੋਈ ਪੁੰਨ ਕੰਮ ਕਰ ਲਓ, ਕਿਸੇ ਦਾ ਭਲਾ ਕਰ ਦੋ, ਕਿਸੇ ਦੇ ਹਨਾ ਕੋਈ ਰੋਟੀ ਖਵਾ ਦੋ, ਉਹ ਚੰਗੇ ਕੰਮ ਕਰ ਰਿਹਾ ਰੱਬ ਕਰੇ, ਉਹ ਐ ਲਾ ਦੁਆਪਰ ਤ੍ਰੇਤੇ ਦੀਆਂ ਗੱਲਾਂ ਕਰਦਾ ਉਹ। ਪਰ ਉਹੀ ਮਨ ਦੇ ਤਲ ਤੇ ਮਤਲਬ ਉਹ ਰਥਵਾ ਬਣਨ ਵਾਲਾ ਮੈਂ ਸਮਝਦਾ ਵੀ ਉਹੀ ਆ ਸਾਰਾ ਕੁਛ, ਜਿਹੜਾ ਸਾਡਾ ਮਨ ਹੈਗਾ ਇਹੀ ਸਰੀਰ ਦਾ ਹੈਗਾ, ਰੱਥ ਹੈਗਾ। ਇਹਦੇ ਵਿੱਚ ਹੀ ਜਦੋਂ ਫਿਰ ਅਸੀਂ ਜਿਹੜੇ ਹੁਣ ਸਤਿਗੁਰੂ ਦੇ ਉਹਦੇ ਅਨੁਸਾਰ ਚੱਲਦੇ ਨੇ, ਉਹ ਬਣਜਾਰੇ ਤਰ ਜਾਂਦੇ ਨੇ। ਬਿਲਕੁਲ। ਜਿਨ੍ਹਾਂ ਦੇ ਹਿਰਦੇ ਤੇ ਸਦਾ ਸੱਤ ਰਹਿੰਦਾ ਉਹ ਤਰ ਜਾਂਦੇ ਨੇ। ਜਿਨ੍ਹਾਂ ਦੇ ਹਿਰਦੇ ਤੇ ਸਦਾ ਕਾਮ ਕ੍ਰੋਧ ਲੋਭ ਜਾਂ ਹੋਰ ਕੁਛ ਰਹਿੰਦਾ, ਉਹਨਾਂ ਦੇ ਰਥਵਾਨ ਸਾਰੀ ਦਿਹਾੜੀ ਇਹੀ ਚੱਲਦੇ ਨੇ, ਕਿਉਂਕਿ ਘੋੜਾ ਫਿਰ ਮਨ ਦਾ ਘੋੜਾ ਆਪਾਂ ਕਹਿੰਦੇ ਕਿੱਧਰ ਘੋੜੇ ਭਜਾਈ ਫਿਰਦਾ ਉਹਦੇ ਮਨ ਦੇ। ਬਿਲਕੁਲ। ਉਹ ਫਿਰ ਘੋੜੇ ਉੱਧਰ ਭੱਜੇ ਫਿਰਦੇ ਰਹਿੰਦੇ ਨੇ, ਰੱਥ ਉਹੀ ਤੁਰਿਆ ਰਹਿੰਦਾ ਉੱਧਰ ਸਾਰੀ ਦਿਹਾੜੀ। ਅਸਲ ਵਿੱਚ ਮੈਨੂੰ ਇਹ ਲੱਗਿਆ ਵੀ ਇਹ ਸੁਰਤ ਦਾ ਨਾ ਰੱਥ ਆ। ਇੱਕ ਆਪਾਂ ਸ਼ਬਦ ਸ਼ਾਇਦ ਉਹ ਤੁਸੀਂ ਪੜ੍ਹਦੇ ਨੇ, ਮਨ ਹਾਲੀ ਕਰਸਾਣੀ ਸੱਤ ਘੋੜੇ ਨਾਲ ਤੇ ਉਹ ਇਸੇ ਤਰੀਕੇ ਨਾਲ ਇਹ ਭਾਈ ਮੈਂ ਤਾਂ ਹੀ ਸਮਝ ਰਿਹਾ ਸੀ ਵੀ ਇਹਦੇ ਵਿੱਚ ਸਾਨੂੰ ਜਿਹੜਾ ਸਰੀਰ ਆ ਮਿਲਿਆਗਾ, ਇਹਦੇ ਵਿੱਚ ਜਿਹੋ ਜਿਹਾ ਤੁਸੀਂ ਜਿਵੇਂ ਤੁਸੀਂ ਕਹਿੰਦੇ ਜਿੱਧਰ ਜਾਓਗੇ ਉਹ ਜਿਹੇ ਤੁਸੀਂ ਅਖਵਾਓ, ਉਹ ਜਿਹੇ ਖਵਾਓਗੇ। ਬਿਲਕੁਲ। ਜਿੱਧਰ ਤੁਹਾਡਾ ਧਿਆਨ ਹੈਗਾ ਉਸੇ ਪਾਸੇ ਨੂੰ ਤੁਹਾਡਾ ਰਥਵਾ ਹੈ, ਰਥਵਾ ਨੇ ਉਸੇ ਪਾਸੇ ਲੈ ਕੇ ਜਾ ਰਿਹਾ ਹੈ। ਉਹ ਤੁਹਾਨੂੰ ਧਿਆਨ ਦੇਖ ਲਓ ਕਿੱਥੇ ਹੈਗਾ ਬਸ। ਕਮਾਲ ਦੀ ਗੱਲ ਵੀ ਇਹ ਲੈ ਕੇ ਵੀ ਆਪ ਹੀ ਜਾਂਦੇ, ਚਲਾਉਣ ਵਾਲੇ ਵੀ ਆਪ ਹੀ ਆ, ਰੱਥ ਵੀ ਆਪਦਾ ਤੇ ਆਪ ਹੀ ਲਈ ਜਾਂਦੇ, ਜਿੱਧਰ ਮਰਜ਼ੀ ਭਜਾਈ ਜਾਂਦੇ ਫਿਰ। ਹਾਂ ਬਿਲਕੁਲ, ਡਰਾਈਵਰ ਦਿੱਤਾ ਹੋਇਆ ਨਾ ਆਪਾਂ ਨੂੰ, ਬਸ ਇੰਨੀ ਗੱਲ ਆ। ਤੇ ਸੁਖਵਿੰਦਰ ਜੀ। ਹਾਂ ਜੀ ਵੀਰ ਜੀ, ਮੈਂ ਨਾ ਹੁਣੇ ਇਹ ਜਿਹੜੀ ਵਿਚਾਰ ਚੱਲ ਰਹੀ ਸੀ ਤੇ ਇੱਕ ਚੀਜ਼ ਮੇਰੇ ਮਾਈਂਡ 'ਚ ਚੱਲ ਰਹੀ ਸੀ ਕਿ ਇਹ ਜਿਹੜੇ ਯੁੱਗਾਂ ਦੀ ਗੱਲ ਹੋ ਰਹੀ ਹੈ ਨਾ, ਇਹਦੇ ਵਿੱਚ ਕੀ ਹੈ ਕਿ ਇੱਕ ਤਾਂ ਦੇਖੋ ਇੰਡੀਵਿਜੂਅਲ ਕੌਨਸ਼ੀਅਸ ਹੈ ਹਰੇਕ ਬੰਦੇ ਦੀ ਆਪਣੀ ਹਨਾ, ਇੱਕ ਨਾ ਕੋਲੈਕਟਿਵ ਕੌਨਸ਼ੀਅਸਨੈਸ ਹੁੰਦੀ ਹੈ, ਜਿਹੜਾ ਉਸ ਸਮੇਂ ਤੇ ਜਿਹੜੀ ਮੈਜੋਰਿਟੀ ਹੈ ਉਹ ਕਿਹੜੇ ਪਾਸੇ ਨੂੰ ਤੁਰਦੀ ਹੈ। ਜਿਹੜੀ ਮੈਜੋਰਿਟੀ ਹੈ ਉਸ ਨੂੰ ਉਸ ਐਂਗਲ ਤੋਂ ਨਾ ਗੁਰੂ ਸਾਹਿਬ ਨੇ ਮਤਲਬ ਇੱਕ ਜਿਵੇਂ ਕਹਿੰਦੇ ਨਾ ਲੋਕਾਂ 'ਚ ਇੱਕ ਮਤਲਬ ਬਣ ਜਾਂਦਾ ਇੱਕ ਕੋਲੈਕਟਿਵ ਇੱਕ ਮਤਲਬ ਮਾਈਂਡ ਸੈਟ ਬਣ ਜਾਂਦਾ ਲੋਕਾਂ ਦਾ ਕਿ ਵੀ ਹਾਂ ਯਾਰ ਆਪਾਂ ਸੱਚ ਬੋਲਣਾ ਹੈ, ਆਪਾਂ ਉਹ ਉਸ ਤਰੀਕੇ ਨਾਲ ਚੱਲਦਾ। ਪਰ ਉਹ ਹਰ ਯੁੱਗ ਦੇ ਵਿੱਚ ਦੇਖੋ ਉਹ ਕਹਿੰਦੇ ਵੀ ਚਾਰਾਂ ਗੁਰੂ ਸਾਹਿਬ ਨੇ ਕਿੰਨਾ ਦੱਸਿਆ ਵੀ ਇਹ ਜਿਹੜਾ ਸਰੀਰ ਹੈ ਇਹ ਯੁੱਗਾਂ 'ਚ ਪਲਟ ਕੇ ਆਉਂਦਾ ਹੈ, ਤੇ ਉਹ ਜਿਹੜੇ ਜਿਸ ਤਰ੍ਹਾਂ ਦਾ ਮਤਲਬ ਉਸ ਟਾਈਮ ਤੇ ਕੋਲੈਕਟਿਵ ਕੌਨਸ਼ੀਅਸਨੈਸ ਇੱਕ ਕਾਨੂੰਨ ਚੱਲ ਰਿਹਾ ਹੁੰਦਾ ਹੈ। ਦੇਖੋ ਪਹਿਲਾਂ ਸੀਗਾ, ਦੇਖੋ ਇੱਕ ਯੁੱਗ ਦੇ ਵਿੱਚ ਕ੍ਰਿਸ਼ਨ ਲੀਲਾ ਚੱਲਦੀ ਸੀ, ਇੱਕ ਯੁੱਗ ਦੇ ਵਿੱਚ ਰਾਮ ਦੀ ਗੱਲ ਹੋ ਰਹੀ ਸੀ, ਇੱਕ ਯੁੱਗ ਹੁਣ ਆਓ ਦੇਖੋ ਕੱਲ ਮੈਂ ਕੀ ਨਾ ਉਹ ਵੇਦ ਅਥਰਵਣ ਹੋਆ, ਹੁਣ ਅੱਲਾ ਨਾਮ ਖੁਦਾਈ ਅੱਲੋ ਪਿਆ, ਹੁਣ ਅੱਲਾ ਹੋਣ ਲੱਗੀ, ਮੈਜੋਰਿਟੀ ਹੋ ਗਈ ਨਾ। ਤੇ ਉਹ ਇਸ ਤਰੀਕੇ ਨਾਲ ਇਹ ਜਿੱਥੇ ਮਤਲਬ ਜਿਵੇਂ ਉਹ ਕਲੈਕਟਿਵ ਫਿਰ ਉਹ ਚਾਰਾਂ ਯੁੱਗਾਂ ਦੇ ਵਿੱਚ ਦੇਖੋ ਚਾਰਾਂ ਯੁੱਗਾਂ ਦੇ ਵਿੱਚ ਜਿਹੜੇ ਨੇ ਆਪਣਾ ਹੋਏ ਨੇ ਨਾ ਵੇਦ, ਇਹ ਵੀ ਦੇਖੋ ਕਿਸੇ ਯੁੱਗ 'ਚ ਦੇਖੋ ਤ੍ਰੇਤੇ ਯੁੱਗ ਦੇ ਵਿੱਚ ਕਿਹੜਾ ਸੀ ਜੋ ਉਸ ਟਾਈਮ ਤੇ ਜਦੋਂ ਕਿਹੜਾ ਸੀ ਉਹ ਸਾਮ ਵੇਦ ਸੀਗਾ ਹਨਾ ਜੀ। ਨਹੀਂ ਸਤਯੁਗ ਦੇ ਵਿੱਚ ਸਤਯੁਗ ਸਾਮ ਵੇਦ ਸੀਗਾ ਤੇ ਇਸ ਤੋਂ ਬਾਅਦ ਰਿਗ ਸੀਗਾ ਰਾਮ ਦੇ ਦਾ ਦੁਆਪਰ ਦੇ ਆਪਣੇ ਤ੍ਰੇਤੇ ਦੇ ਰਿਗ ਵੇਦ ਆ ਗਿਆ, ਫਿਰ ਤ੍ਰੇਤੇ ਦੇ ਵਿੱਚ ਰਿਗਾ ਫਿਰ ਯਜੁਰਵੇਦ ਆ ਗਿਆ ਉਸ ਤੋਂ ਬਾਅਦ ਹਨਾ ਜੀ। ਤੇ ਉਹ ਯਜੁਰਵੇਦ ਜਿਹਨੂੰ ਜੁਜ ਮੈਂ ਜੋਰ ਹਨਾ ਉਹ ਜਿਹਦੇ ਚ ਕ੍ਰਿਸ਼ਨ ਜੀ ਸੀ ਦੁਆਪਰ ਆ ਗਿਆ ਹਨਾ। ਉਹ ਇਸ ਤਰੀਕੇ ਨਾਲ ਮਤਲਬ ਉਹ ਕਹਿੰਦੇ ਪਰ ਹਰੇਕ ਯੁੱਗ ਦੇ ਵਿੱਚ ਕਲ ਮੈਂ ਵੇਦ ਹੁਣ ਅਥਰਵਣ ਨੀਲ ਵਸਤਰ ਲੈ ਕੱਪੜੇ ਪਰ ਇੱਥੇ ਆ ਗਿਆ, ਪਰ ਚਾਰੇ ਯੁੱਗਾਂ ਦੇ ਵਿੱਚ ਜਿਨ੍ਹਾਂ ਨੇ ਵਿਚਾਰ ਕੀਤੀ ਉਹ ਸੱਚ ਹੈ ਸਾਰਾ ਕੁਛ, ਭਗਤੀ ਜਿਨ੍ਹਾਂ ਨੇ ਵੀ ਕੀਤੀ ਹੈ ਉਹਨਾਂ ਨੂੰ ਹੀ ਮੁਕਤੀ ਦਾ ਦੁਆਰ ਖੁੱਲਿਆ ਹਰ ਇੱਕ ਯੁੱਗ ਦੇ ਵਿੱਚ। ਹਰ ਇੱਕ ਯੁੱਗ ਦੇ ਵਿੱਚ ਕੁਛ ਚੀਜ਼ਾਂ ਪ੍ਰਧਾਨ ਹੈ ਕਿਉਂਕਿ ਕੋਲੈਕਟਿਵ ਕੌਨਸ਼ੀਅਸਨੈਸ ਹੈ, ਕੁਛ ਚੀਜ਼ਾਂ ਜਿਹੜੀਆਂ ਨੇ ਪਿੱਛੇ ਨੇ, ਪਰ ਇਹ ਨਹੀਂ ਹੈ ਕਿ ਵੀ ਉੱਥੇ ਪੂਰੀ ਤਰ੍ਹਾਂ ਜੀ ਮਤਲਬ ਉੱਥੇ ਸੱਚ ਹੀ ਵਰਤ ਰਿਹਾ ਸੀ।
ਇਦਾਂ ਦਾ ਨਹੀਂ ਹੈ ਮਤਲਬ, ਪਰ ਮੈਜੋਰਿਟੀ ਹੈ ਨਾ ਜੀ। ਫਿਰ ਉਹ ਅਖੀਰ 'ਚ ਫਿਰ ਉਹਨੇ ਕਿਹਾ ਵੀ ਜਿਹੜਾ ਵੀ ਦੇਖੋ ਗੁਰੂ ਸਾਹਿਬ ਨੇ ਕਿਹਾ ਵੀ ਭਾਓ ਭਗਤ ਕਰਨੀ ਸਦਾਏ ਤੋ ਨਾਨਕ ਮੁਖ ਅੰਤਰ ਪਾਏ। ਇਸ ਤਰੀਕੇ ਨਾਲ ਹੀ ਕਹਿੰਦੇ ਜੇ ਤੁਸੀਂ ਮੋਖ ਮੁਕਤੀ ਚਾਹੁੰਦੇ ਹੋ, ਇਹ ਤੁਹਾਡਾ ਮਨ ਦੀਆਂ ਅਵਸਥਾਵਾਂ ਨੇ, ਇਹਦੇ ਚੋਂ ਜੇ ਤੁਸੀਂ ਨਿਕਲਣਾ ਤਾਂ ਇੱਕੋ ਕੰਮ ਕਰਨਾ ਹੈ, ਤੁਸੀਂ ਬੇਨਤੀ ਕਰੋ, ਤੁਸੀਂ ਬੀਜ ਬੀਜਣ। ਜਿਵੇਂ ਸਤਿਗੁਰੂ ਤੁਹਾਨੂੰ ਦੱਸ ਰਹੇ, ਸਤਿਗੁਰੂ ਕੌਣ ਹੈਗੇ ਆ? ਗੁਰੂ ਕੌਣ ਹੈ? ਜਿਨ੍ਹਾਂ ਨੇ ਇਹ ਰਸਤੇ ਚੋਂ ਲੰਘ ਕੇ ਸਾਰੀਆਂ ਚੀਜ਼ਾਂ ਨੂੰ ਅੰਦਰ, ਉਹ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਵੀ ਜਿਹੜਾ ਉਹ ਮਾਲਕ ਹੈ, ਉਹ ਜਿਹਨੂੰ ਆਪਾਂ ਦੇਖ ਨਹੀਂ ਸਕਦੇ, ਜਿਹਨੂੰ ਕੀ ਆਉਂਦਾ ਹੁੰਦਾ ਵਰਡ, ਅਦ੍ਰਿਸ਼ਟ ਹਾਂਜੀ ਅਦ੍ਰਿਸ਼ਟ ਅਗੋਚਰ ਅਦ੍ਰਿਸ਼ਟ ਅਗੋਚਰ ਹੈ, ਇਹਨਾਂ ਨਹੀਂ ਨੇਤਰਾਂ ਨਾਲ ਦੇਖਿਆ ਜਾ ਸਕਦਾ। ਉਹ ਗਿਆਨ ਅੰਦਰ ਪ੍ਰਗਟ ਹੋ ਜਾਂਦਾ, ਉਹਨਾਂ ਨੇ ਪ੍ਰਗਟ ਕਰ ਲਿਆ। ਤੇ ਹੁਣ ਉਹ ਜਿਹੜੇ ਇਸ਼ਾਰੇ, ਕਿਉਂਕਿ ਇਹ ਦੇਖੋ ਦੁਨੀਆ ਦਾ ਧਨ ਤਾਂ ਤੁਸੀਂ ਜਿਹਨੂੰ ਮਰਜ਼ੀ ਅੱਗੇ ਦੀ ਅੱਗੇ ਵੰਡਿਆ ਜਾਊਗਾ, ਜਾਂ ਉਹਦੇ ਅੱਗੇ ਵੀ ਜਿਵੇਂ ਕਹਿੰਦੇ ਆਪਾਂ ਕੋਈ, ਚਾਹੇ ਆਪਾਂ ਕੋਈ ਉਹਦੀ ਵਸੀਅਤ ਕਰ ਦੋ ਹੈ ਨਾ, ਜਾਂ ਕੋਈ ਦਾ ਖਸਮ ਹੋਰ ਆ ਕੇ ਬਹਿ ਜਾਊਗਾ, ਪਰ ਇਹ ਧਨ ਤਾਂ ਮਤਲਬ ਤੁਹਾਡੇ ਨਾਲ ਹੀ ਚਲੇ ਜਾਣਾ। ਜੇ ਤਾਂ ਕਿਸੇ ਨੇ ਉਹ ਸੇਧ ਲੈ ਲਈ, ਕੋਈ ਉਹ ਇਸ਼ਾਰੇ ਕਰ ਜਾਂਦੇ ਆ ਜਿਹੜੇ ਵੀ ਗੁਰੂ ਬ੍ਰਹਮ ਗਿਆਨੀ ਗੁਰਮੁਖ ਹੈ ਨਾ ਜੀ, ਜਿਨ੍ਹਾਂ ਨੇ ਇਸ ਰਸਤੇ ਤੋਂ ਲੰਘੇ, ਜੇ ਤਾਂ ਕੋਈ ਉਹਨਾਂ ਇਸ਼ਾਰਿਆਂ ਨੂੰ ਸਮਝ ਕੇ ਉਸ ਰਸਤੇ ਤੇ ਤੁਰ ਪੈਂਦਾ, ਤਾਂ ਹੀ ਕਹਿੰਦੇ ਨਾ ਵਿਰਲੇ ਨੇ। ਇਸੇ ਕਰਕੇ ਵਿਰਲੇ ਨੇ, ਕਿਉਂਕਿ ਇਹ ਕਿਸੇ ਨੂੰ ਕੋਈ ਦੇ ਨਹੀਂ ਸਕਦਾ। ਪ੍ਰੋਬਲਮ ਇਹੀ ਹੈ ਇਹਦੇ ਚ ਕਿ ਵੀ ਉਹ ਕਿਸੇ, ਕਿਉਂਕਿ ਨਾ ਹੀ ਉਹਨੂੰ ਬਿਆਨ ਕਰ ਸਕਦਾ, ਅਕਥ ਹੈ ਉਹ। ਇਸ਼ਾਰੇ ਜ਼ਰੂਰ ਕੀਤੇ ਜਾਂਦੇ ਆ, ਇਸ਼ਾਰੇ ਕਰਦੇ ਆਏ ਨੇ, ਇਹ ਗੁਰੂ ਸਾਹਿਬ ਇਸ਼ਾਰੇ ਹੀ ਤਾਂ ਕਰ ਰਹੇ ਨੇ ਕਿ ਉਹ ਸਾਰਾ ਮੈਜੋਰਿਟੀ ਦੇ ਵਿੱਚ ਆਹ ਕੁਝ ਹੋ ਰਿਹਾ ਸੀ। ਉਹਦੇ ਚੋਂ ਵਿਰਲੇ ਜਿਹੜੇ ਵੀ ਉਹ ਗੁਰੂ ਦੇ ਲੜ ਲੱਗ ਗਏ, ਜਿਨ੍ਹਾਂ ਨੇ ਇਸ ਰਸਤੇ ਨੂੰ, ਉਪਦੇਸ਼ ਨੂੰ ਕਮਾ ਲਿਆ ਤੇ ਉਹਦਾ ਬੀਜ ਲਿਆ। ਕਿਉਂਕਿ ਜਿਸ ਤਰ੍ਹਾਂ ਦਾ ਬੀਜ ਬੀਜਾਂਗੇ ਉਸ ਤਰ੍ਹਾਂ ਦਾ ਸਾਨੂੰ ਵੱਢਣਾ ਪੈਣਾ, ਉਹਦੇ ਅਨੁਸਾਰ ਹੀ ਤਾਂ ਸਾਰੀ ਗੇਮ ਚੱਲ ਰਹੀ ਹੈ ਨਾ। ਬਿਲਕੁਲ। ਉਹ ਬਸ ਉਹੀ ਹੈ, ਕਹਿੰਦੇ ਵੀ ਜਿਹਨੇ ਵੀ ਉਹ ਕਹਿੰਦੇ ਸਤਿਗੁਰੂ ਇੱਕ ਇਸ ਤਰ੍ਹਾਂ ਦਾ ਜਹਾਜ਼ ਹੈ ਜਿਹਨੂੰ ਉਹ ਜਿਹੜਾ ਕੋਈ ਵਿਰਲੇ ਜਿਹੜੇ ਆ ਉਹਨੂੰ ਵਿਚਾਰ ਲੈਂਦੇ ਆ ਤੇ ਉਹਦੀ ਕਮਾਈ ਕਰ ਲੈਂਦੇ ਆ। ਉਹ ਕਿਉਂਕਿ ਇੱਕੋ ਹੀ ਤਾਂ ਸਾਨੂੰ, ਇੱਕੋ ਹੀ ਸ਼ਬਦ ਦੇ ਦੁਆਲੇ ਦੇਖੋ, ਸਾਰਿਆਂ ਤੋਂ ਪਹਿਲਾਂ ਸਾਨੂੰ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਪਲ ਕੰਮ। ਸਾਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਪਹਿਲੀ ਬਾਣੀ ਜਪ ਬਾਣੀ, ਤੇ ਜਪ ਤੇ ਫਿਰ ਕਾਹਦੇ ਵਾਸਤੇ ਵੇਟ ਕਰ ਰਹੇ ਆ ਆਪਾਂ? ਉਹਨੂੰ ਜਪੀਏ ਪਹਿਲਾਂ ਰਸਨਾ ਨਾਲ, ਫਿਰ ਮਨ ਦੇ ਅੰਦਰ ਹਿਰਦੇ ਤੱਕ, ਮਤਲਬ ਅੰਤਰਮੁਖੀ। ਜਿੰਨੀ ਦੇਰ ਅਸੀਂ ਅੰਤਰਮੁਖੀ ਹੋ ਕੇ ਉਸ ਪਾਸੇ ਵੱਲ ਨਹੀਂ ਹੋਵਾਂਗੇ ਤਾਂ ਕਿੱਦਾਂ ਅਸੀਂ ਕਿਰਪਾ ਤੋਂ ਮਤਲਬ ਕਹਿ ਦਾਂਗੇ ਵੀ ਸਾਡੇ ਤੇ ਕਿਰਪਾ ਹੋ ਜੂਗੀ। ਕਿਰਪਾ ਦੇ ਪਾਤਰ ਬਣੀਏ, ਆਪਣੇ ਆਪ ਨੂੰ ਉਸ ਮਾਲਕ ਦੇ ਦਰ ਤੇ ਉੱਤੇ ਬੇਨਤੀ ਕਰਕੇ ਕਹੀਏ ਕਿ ਮਾਲਕਾ ਸਾਨੂੰ ਵੀ ਦੇ, ਅਸੀਂ ਵੀ ਇਸ ਰਸਤੇ ਤੋਂ ਨਿਕਲ ਕੇ ਅਸੀਂ ਵੀ ਸੰਸਾਰ ਸਮੁੰਦਰ ਚੋਂ ਪਾਰ ਹੋ ਸਕੀਏ। ਸੋ ਇਹ ਸਾਰਾ ਗਿਆਨ ਇਹੀ ਸਾਰਾ ਵਾਰ-ਵਾਰ ਸਾਨੂੰ ਹੋਰ ਕਰਮਕਾਂਡ ਨੂੰ ਕੱਟਦੇ ਆ ਰਹੇ ਨੇ ਵੀ ਯਾਰ ਇਹਨਾਂ ਤਰੀਕਿਆਂ ਨਾਲ ਨਹੀਂ ਹੋਣਾ, ਭਾਵ ਭਗਤ ਕਰ ਨੀਚ ਸਦਾਏ। ਬਸ ਆਪਣੇ ਆਪ ਨੂੰ ਨੀਵਾਂ ਸਮਝੇ, ਇਹ ਨਾ ਸਮਝੇ ਮੈਨੂੰ ਆਹ ਹੋ ਗਿਆ, ਮੈਂ ਪਤਾ ਨਹੀਂ ਕਿੱਡਾ ਵੱਡਾ ਗਿਆਨੀ ਹੋ ਗਿਆ, ਮੈਂ ਪਤਾ ਨਹੀਂ ਕਿੱਥੇ ਤੱਕ ਪਹੁੰਚ ਗਿਆ, ਮੈਂ ਜਿਹੜੀ ਆ ਉਹ ਜਿੰਨੀ ਦੇਰ ਅਸੀਂ ਹਉਮੈ ਆਪਣੀ ਨਾ ਜੀ ਇਹਨੂੰ ਛੱਡ ਕੇ ਉਸ ਮਾਲਕ ਦੇ ਦਰ ਤੇ ਨਹੀਂ ਬੈਠਦੇ, ਉਨੀ ਦੇਰ ਖੇਡ ਵਰਤਣ ਵਾਲੀ ਵਾਪਰਨ ਵਾਲੀ ਨਹੀਂ ਹੈ ਜੀ ਵੀਰ। ਔਰ ਇਹਦੇ ਵਿੱਚ ਦੇਖ ਲਓ ਉਸ ਟਾਈਮ ਜਿਹੜਾ ਪਹਿਲਾਂ ਮਹਾਰਾਜ ਦੱਸ ਰਹੇ ਹਿੰਦੂਆਂ ਦੇ ਬਾਰੇ, ਹਿੰਦੂ ਧਰਮ ਦੇ ਬਾਰੇ, ਉਸ ਕ੍ਰਿਸ਼ਨ ਤੇ ਰਾਮ ਦੇ ਬਾਰੇ ਗਿਆਨ ਦਿੱਤਾ। ਫਿਰ ਮੁਸਲਮਾਨਾਂ ਦੇ ਉਹਦੇ ਕੋ ਅੱਲਾ ਖੁਦਾਈ ਦੀ ਗੱਲ ਕੀਤੀ। ਹੁਣ ਜਿਹੜਾ ਉਸ ਤੋਂ ਵੀ ਡਿਵੈਲਪ ਹੋ ਗਿਆ, ਹੁਣ ਜਿਹੜਾ ਸਿੱਖ ਵੀ ਇੱਕ ਧਰਮ ਹੋ ਗਿਆ ਹੈ। ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਕਿੰਨੇ ਕੁ ਦੁਨੀਆ ਦੇ ਵਿੱਚ ਧਰਮ ਨਾਮ ਦੀ ਚੀਜ਼ ਕਿੰਨੇ ਕੁ ਹੋ ਗਏ ਆ ਦੇਖ ਲਓ। ਪਰ ਅਸਲ ਦੇ ਵਿੱਚ ਜਿਹੜਾ ਧਰਮ ਸੀਗਾ ਉਹ ਧਰਮ ਸੀਗਾ ਮੇਰ ਸਰੀਰ ਦਾ, ਉਹ ਅਸਲ ਧਰਮ ਸੀਗਾ ਵੀ ਆਤਮਾ ਔਰ ਪਰਮਾਤਮਾ ਸੱਚ ਦੇ ਤਲ ਦੇ ਉੱਤੇ ਜੀਣਾ, ਸੱਚ ਨੂੰ ਬੁੱਝਣਾ ਔਰ ਸੱਚ ਦੇ ਰਸਤੇ ਤੇ ਤੁਰਨਾ, ਇਹ ਅਸਲ ਧਰਮ ਸੀਗਾ। ਉਹ ਹਾਲੇ ਵੀ ਉਹ ਧਰਮ ਬਰਕਰਾਰ ਹੈਗਾ ਔਰ ਸਾਰਿਆਂ ਦੇ ਵਾਸਤੇ ਉਹੀ ਧਰਮ ਹੈਗਾ ਭਾਈ। ਤੇ ਅੱਜ ਇੱਥੇ ਸੰਕੋਚਦੇ ਹਾਂ ਸੁਖਵਿੰਦਰ ਜੀ। ਹਾਂਜੀ, ਸਰਵ ਧਰਮ ਕੋ श्रेष्ठ धर्म यही है ना जी, हर को नाम जप निर्मल कर। सर्व धर्म में श्रेष्ठ धर्म हर को नाम जप निर्मल करम। ਹਾਂਜੀ ਜੀ ਬਸ ਇਹੀ ਇੱਕ ਧਰਮ ਹੈ। ਇਨਸਾਨੀਅਤ, ਤੁਹਾਨੂੰ ਇਨਸਾਨੀਅਤ ਦਾ ਜਾਮਾ, ਇਨਸਾਨ ਦਾ ਜਾਮਾ ਮਿਲਿਆ ਇਨਸਾਨੀਅਤ ਨੂੰ ਫੈਲਾਉਣ ਵਾਸਤੇ ਕਿ ਵੀ ਅਸੀਂ ਸਭ ਇੱਕੋ ਜੋਤ ਚੋਂ ਨਿਕਲ ਕੇ ਆਏ ਹੋਏ ਆ। ਅਸੀਂ ਐਵੇਂ ਵੰਡੀਆਂ ਪਾ ਕੇ ਆਪਣੇ ਆਪ ਨੂੰ ਕੋਈ ਕਿਸ ਤਰ੍ਹਾਂ ਦਾ ਬਾਣਾ ਬਣਾ ਕੇ ਬੈਠਾ, ਕੋਈ ਕਿਸ ਤਰ੍ਹਾਂ ਦਾ ਬਣਾ ਕੇ ਬੈਠਾ, ਲੱਗੇ ਰਹੋ। ਇਸ ਤਰੀਕੇ ਨਾਲ ਨਹੀਂ ਨਿਕਲਿਆ ਜਾਣਾ। ਜੇ ਨਿਕਲਣਾ ਹੈ ਤਾਂ ਤੁਸੀਂ ਉਹ ਜਿਹੜਾ ਸਭ ਦੇ ਅੰਦਰ ਘਟ ਦੇ ਅੰਦਰ, ਕਿਉਂਕਿ ਜਦੋਂ ਅੰਦਰ ਵਸੇਗਾ ਨਾ ਆ ਕੇ, ਤਾਂ ਉਹ ਤੁਹਾਨੂੰ ਦਿਖਾਈ ਇਹ ਦੇਗਾ ਕਿ ਵੀ ਇਹ ਤਾਂ ਸਾਰਾ ਸੰਸਾਰ ਦੇ ਵਿੱਚ ਜਿਹੜਾ ਕੁਝ ਵੀ ਅਸੀਂ ਦੇਖ ਰਹੇ ਹਾਂ ਇਹਦੇ ਵਿੱਚ ਤਾਂ ਸਾਰਾ ਕੁਝ ਉਹੀ ਹੈ। ਇਹਨਾਂ ਦੇ ਪਿੱਛੇ ਤਾਂ, ਇਹਨਾਂ ਨੇਤਰਾਂ ਦੇ ਵਿੱਚ ਤਾਂ ਸਾਰਾ ਕੁਝ ਹੀ ਉਹੀ ਦਿਸ ਰਿਹਾ, ਸਾਰਾ ਕੁਝ। ਸੋ ਇਹ ਸਾਰੀ ਖੇਡ ਹੈ। ਇਸ ਕਰਕੇ ਮਾਲਕ ਕਿਰਪਾ ਕਰੇ ਸਾਰਿਆਂ ਦੇ ਉੱਤੇ ਕਿ ਵੀ ਅਸੀਂ ਉਸ ਇੱਕ ਨਾਲ ਜੁੜ ਕੇ ਇਹ ਜਿਹੜੀ ਦੁਆਇਤ ਦੀ ਜਿਹੜੀ ਇਹ ਦੂਜਾ ਭਾਵ ਹੈ ਇਹ ਚੋਂ ਨਿਕਲ ਕੇ ਅਸੀਂ ਆਪਣੇ ਆਪ ਨੂੰ ਸੋਨੇ ਵਿੱਚ ਬਿਠਾਉਣ ਲਈ ਉਸ ਮਾਲਕ ਦੇ ਦਰ ਦੇ ਉੱਤੇ ਬੈਠੀਏ ਜੀ। ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ